स्वागत गल्लां ते गीत देख रहे सारे दर्शकों का निका स्वागत करते हैं जी प्रोग्राम च। मैं शिवाजी आर्यन, मैं हाँ परमवीर जी। वो कायर है जो कहता है ये किस्मत का खेल है, वो मजबूत है जो कहता है मैं अपना भाग्य खुद बनाऊंगा। जी हाँ, अपनी किस्मत बनाने वास्ते जरूरी है अपने जीवन दे विच मेहनत करनी ते संघर्ष करना। जे असी मेहनत करते हैं तो असी दुनिया की सब तो कीमती चीज़ हासिल कर लें, वो है सिक्ख्या। बिल्कुल सही गल कहा जी। और सिक्ख्या जिहड़ी है, सिक्ख्या जीवन की तैयारी नहीं, सिक्ख्या अपने आप दे विच जीवन है, क्योंकि सिक्ख्या एक ऐसा जरिया है जिहदे नाल असी पूरी दुनिया बदल सकते हैं। और अजकल तो सिक्ख्या दे एक होर नवे रूप की अहमियत बहुत ज़्यादा बढ़ चुकी है जी, वो है ऑनलाइन एजुकेशन। सो अज का साडा विषय भी यही है जी, ऑनलाइन एजुकेशन। और इस विषय पर गलबात करने लई माहिर मेहमान भी साडे स्टूडियो पहुँच चुके हैं। HOD हैड ऑफ द डिपार्टमेंट इन्फॉर्मेशन एंड टैक्नोलॉजी श्री मनोज कुमार जी स्टूडियो मौजूद ने। निका स्वागत करते हैं सर। नमस्कार। बहुत बहुत स्वागत करते हैं। ऑनलाइन एजुकेशन सिस्टम अज सारी दुनिया इस तो वाकिफ है जी, पर असी ਤੁਹਾਡੇ ਨਾਲ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦੇ ਹਾਂ ਕਿ ਇਹ ਜਦੋਂ ਸ਼ੁਰੂ ਹੋਈ, ਕਿੱਥੇ ਸ਼ੁਰੂ ਹੋਈ ਤੇ ਕਿਸ ਉਦੇਸ਼ ਦੇ ਨਾਲ ਆਨਲਾਈਨ ਸਿੱਖਿਆ ਸ਼ੁਰੂ ਹੋਈ? ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਔਰ ਬੜੇ ਮਾਣ ਨਾਲ ਦੱਸਣਾ ਚਾਹਾਂਗਾ। ਔਰ ਉਹ ਇਹ ਮਾਣ ਦੀ ਗੱਲ ਹੈ ਕਿ ਜੋ ਦੂਰਦਰਸ਼ਨ ਕੇਂਦਰ ਔਰ ਆਲ ਇੰਡੀਆ ਰੇਡੀਓ ਪ੍ਰਸ਼ੰਸਾ ਦੇ ਪਾਤਰ ਨੇ, ਕਿਉਂਕਿ ਇਹ ਉਹ ਦੋ ਪਲੇਟਫਾਰਮ ਨੇ ਜਿਨ੍ਹਾਂ ਨੇ ਆਨਲਾਈਨ ਐਜੂਕੇਸ਼ਨ ਨੂੰ ਸਾਡੇ ਤੱਕ ਪਹੁੰਚਾਇਆ। ਅਗਰ ਤੁਹਾਨੂੰ ਯਾਦ ਹੋਏ ਤਾਂ 1994 ਦੀ ਇੱਕ ਗੱਲ ਹੈ, ਜਦੋਂ ਇਸਰੋ ਨੇ ਇਗਨੋ ਦੇ ਹੈੱਡਕੁਆਟਰ ਨਿਊ ਦਿੱਲੀ ਦੇ ਵਿੱਚ ਇੱਕ ਟੈਲੀ ਕਾਨਫਰੈਂਸਿੰਗ ਪਲੇਟਫਾਰਮ ਡਿਜ਼ਾਈਨ ਕੀਤਾ ਸੀ ਤੇ ਜਿਹਨੂੰ ਮਾਨਤਾ 2000 ਚ ਮਿਲੀ। ਤੇ ਉਸ ਤੋਂ ਬਾਅਦ ਤੁਸੀਂ ਦੇਖੋ ਇੱਕ ਗਿਆਨ ਦਰਸ਼ਨ ਪਲੇਟਫਾਰਮ ਆਇਆ ਸੀ, ਗਿਆਨ ਦਰਸ਼ਨ ਪ੍ਰੋਗਰਾਮ, ਜਿਹਦੇ ਵਿੱਚ UGC, NCERT ਔਰ ਇਗਨੋ ਦੇ ਪ੍ਰੋਗਰਾਮ ਆਉਂਦੇ ਸੀ। ਔਰ ਮਾਹਰ ਜਿਹੜੇ ਸੀ ਸਬਜੈਕਟ ਦੇ, ਉਹ ਆਪਣੇ ਰਿਕਾਰਡਡ ਲੈਕਚਰਸ ਔਰ ਲਾਈਵ ਲੈਕਚਰਸ ਸਾਨੂੰ ਦਿੰਦੇ ਸੀ। ਮੈਨੂੰ ਯਾਦ ਹੈ ਕਿ ਮੈਂ ਉਹਨਾਂ ਦੇ ਨਾਲ ਕਾਲਜ ਪੜ੍ਹ ਰਿਹਾ ਸੀ ਤੇ ਕਈ ਸਬਜੈਕਟ ਦੀਆਂ ਕਈ ਚੀਜ਼ਾਂ ਜਿਹੜੀਆਂ ਮੈਨੂੰ ਕਿਤਾਬਾਂ ਤੋਂ ਨਹੀਂ ਸੀ ਮਿਲਦੀਆਂ, उस ऑनलाइन सिस्टम चो मिलदियां सी। तो इस करके दूरदर्शन केंद्र और ऑल इंडिया रेडियो दे प्रशंसा के हकदार ने। जी जी जी। ऑनलाइन एजुकेशन जिहदी सी गल करते हैं, ये किन्ने प्रकार दी है? दो तरह की ऑनलाइन एजुकेशन हुंदी है, सिंक्रोनस और असिंक्रोनस। सिंक्रोनस नूं तुसीं बड़ा वधिया हुणे तुसीं देखिया, जिहदे विच टीचर ते स्टूडेंट दा सिद्धा रिलेशन है। मतलब टीचर अपने स्टूडेंट नूं ऑनलाइन सिस्टम, वीडियो कॉन्फ्रेंसिंग, ऑडियो के थ्रू, टैक्स्ट के थ्रू, चैट के थ्रू गल करदा। मतलब उन्हां दोनों दा राबता कायम रहिंदा। बिल्कुल जी, बिल्कुल ठीक कह रहे हो। तुसीं देखिया होएगा हुणी थोड़ी देर पहला बहुत बड़ा साडे लई एक महामारी आई सी COVID-19, ਜਿਹੜੇ ਕਾਲਜਿਸ ਦੇ ਵਿੱਚ ਐਡਮਿਸ਼ਨਸ ਹੋਈਆਂ, ਸਕੂਲ ਚ ਐਡਮਿਸ਼ਨਸ ਹੋਈਆਂ, ਲੇਕਿਨ ਇਸ ਪ੍ਰੋਬਲਮ ਦੇ ਕਰਕੇ ਉਹ ਬੱਚੇ ਪੜ੍ਹ ਨਹੀਂ ਪਾਏ। ਇਸ ਕਰਕੇ ਉਹਨਾਂ ਨੂੰ ਫਿਰ ਆਨਲਾਈਨ ਸਿਸਟਮ ਦੇ ਥਰੂ ਪੜਾਇਆ, ਜਿਹਦੇ ਚ ਇੱਕ ਟੀਚਰ ਜਿਹੜੇ ਬੱਚਿਆਂ ਨੇ ਐਡਮਿਸ਼ਨ ਲਈ ਸੀ ਉਹਨਾਂ ਨੂੰ ਡਾਇਰੈਕਟਲੀ ਇੰਟਰੈਕਟ ਕਰ ਰਿਹਾ ਸੀ ਆਨਲਾਈਨ ਸਿਸਟਮ ਦੇ ਥਰੂ ਸੌਫਟਵੇਅਰਸ ਯੂਜ਼ ਕਰਕੇ। ਤੇ ਇਹ ਹੈ ਸਿੰਕਰੋਨਸ। ਅਸਿੰਕਰੋਨਸ ਦੇ ਵਿੱਚ ਟੀਚਰ ਤੇ ਸਟੂਡੈਂਟ ਦਾ ਸਿੱਧਾ ਰਿਲੇਸ਼ਨ ਹੈ ਹੀ ਨਹੀਂ। ਜਿਹੜਾ ਇੱਕ ਟੀਚਰ ਹੈ ਉਹਨੇ ਆਪਣੇ ਲੈਕਚਰਸ ਨੂੰ ਰਿਕਾਰਡ ਕੀਤਾ, ਉਹਨਾਂ ਨੇ ਆਪਣੇ ਵੈਬ ਪੋਰਟਲ ਤੇ ਉਹਨੂੰ ਪਾਇਆ, ਲੈਬਸ ਵੈਬ ਪੋਰਟਲ ਤੇ ਪਾਈਆਂ, ਅਸਾਈਨਮੈਂਟਸ ਵੈਬ ਪੋਰਟਲ ਤੇ ਪਾਈਆਂ ਤੇ ਇੱਕ ਮੈਸੇਜ ਜਨਰੇਟ ਕਰਤਾ ਬੱਚਿਆਂ ਲਈ ਕਿ ਤੁਸੀਂ ਇਸ ਡੇਟ ਤੱਕ ਇਸ ਸਬਜੈਕਟ ਨੂੰ, ਇਸ ਲੈਬ ਨੂੰ, ਇਸ ਅਸਾਈਨਮੈਂਟ ਨੂੰ ਸਬਮਿਟ ਕਰਨਾ ਆਨਲਾਈਨ। ਇਹਦਾ ਮਤਲਬ ਸਟੂਡੈਂਟ ਕੋਲ ਜਦੋਂ ਵੀ ਟਾਈਮ ਮਿਲੇਗਾ ਉਸ ਨੂੰ ਰੀਡ ਕਰਕੇ ਇੱਕ ਪੀਰੀਅਡ ਦੇ ਅੰਦਰ ਜਿਹੜਾ ਉਹਨਾਂ ਨੇ ਦਿੱਤਾ ਹੈ ਮਿੱਥਿਆ ਹੋਇਆ ਪੀਰੀਅਡ, ਉਹਦੇ ਵਿੱਚ ਉਹ ਜਮ੍ਹਾਂ ਕਰਾ ਦੇਗਾ। ਜਿਵੇਂ ਹੋਮਵਰਕ ਪਾਤਾ ਬਿਲਕੁਲ ਜੀ, ਬਿਲਕੁਲ ਸਿੰਕਰੋਨਸ ਲੈਕਚਰਸ ਵੀ ਪਾਉਂਦੇ ਨੇ ਜੀ ਉਹ। ਅੱਛਾ ਜੀ। ਹਾਂ, ਇਹਦੇ ਵਿੱਚ ਜਿਹੜੇ ਘਰ ਬੈਠੇ ਬੱਚੇ ਪੜ੍ਹਨਾ ਚਾਹੁੰਦੇ ਨੇ ਜਾਂ ਪ੍ਰੋਫੈਸ਼ਨਲ ਜਿਹੜੇ ਪੜ੍ਹਨਾ ਚਾਹੁੰਦੇ ਨੇ, ਉਹਨਾਂ ਲਈ ਇਹ ਮੋਡ ਬਹੁਤ ਵਧੀਆ ਹੈ ਜੀ। ਲਾਕਡਾਊਨ ਦੇ ਵਿੱਚ ਆਨਲਾਈਨ ਸਟੱਡੀਜ਼ ਜਿਹੜੀਆਂ ਨੇ ਉਹਦੇ ਤੋਂ ਜਾਣੂ ਹਰ ਕੋਈ ਹੋ ਗਿਆ ਹੈ, ਪਰ ਇੰਡੀਆ ਦੇ ਵਿੱਚ ਇਹ ਜਿਹੜੀ ਆਨਲਾਈਨ ਸਿਸਟਮ ਹੈ ਕਦੋਂ ਤੋਂ ਸ਼ੁਰੂ ਹੋਇਆ? ਉਹੀ ਮੈਂ ਥੋੜੀ ਦੇਰ ਪਹਿਲਾਂ ਦੱਸ ਕੇ ਹਟਿਆ ਸੀਗਾ ਕਿ ਆਨਲਾਈਨ ਸਿਸਟਮ ਤਾਂ 1994 ਤੋਂ ਲੈ ਕੇ ਹੁਣ ਤੱਕ ਚੱਲਿਆ, ਲੇਕਿਨ ਕਿੰਨਾ ਕੁ ਪ੍ਰਚਲਿਤ ਆ ਔਰ ਕਿੰਨਾ ਕੁ ਜਿੱਦਾਂ ਸਾਡੇ ਮਨ ਦੇ ਵਿੱਚ ਇਹ ਹੁੰਦਾ ਨਾ ਕਿ ਜੇ ਆਨਲਾਈਨ ਪੜ੍ਹਾਈ ਕੀਤੀ ਹੈ, ਜਿੱਦਾਂ ਓਪਨ ਸਕੂਲ ਦੀ ਪੜ੍ਹਾਈ ਹੁੰਦੀ ਹੈ ਜਾਂ ਆਨਲਾਈਨ ਸਟੱਡੀ ਹੈ, ਉਹਦੀ ਸਾਡੇ ਮਨ 'ਚ ਇਹ ਹੁੰਦਾ ਕਿ ਇਹਦੀ ਕੋਈ ਵੈਲਿਊ ਨਹੀਂ ਹੈ। ਨਹੀਂ, ਮੈਨੂੰ ਲੱਗਦਾ ਕਿ ਹੁਣ ਥੋੜਾ ਚੇਂਜ ਹੋ ਰਿਹਾ ਸਾਡਾ ਸਿਸਟਮ, ਕਿਉਂਕਿ ਇਹ ਆਨਲਾਈਨ ਐਜੂਕੇਸ਼ਨ ਸਿਸਟਮ ਪਹਿਲਾਂ ਫੋਰਨ ਦੇ ਵਿੱਚ ਜ਼ਿਆਦਾ ਹੁੰਦਾ ਸੀ, ਇੰਡੀਆ 'ਚ ਇਹਨੂੰ ਘੱਟ ਮਹੱਤਤਾ ਮਿਲਦੀ ਸੀ। ਪਰ ਮੈਨੂੰ ਲੱਗ ਰਿਹਾ ਕਿ ਆ ਕੋਵਿਡ ਤੋਂ ਬਾਅਦ ਆਉਣ ਵਾਲਾ ਜਿਹੜਾ ਟਾਈਮ ਹੈ ਆਨਲਾਈਨ ਸਿਸਟਮ ਦੀ ਜ਼ਰੂਰ ਹੋਏਗਾ ਔਰ ਯੂਨੀਵਰਸਿਟੀਜ਼ ਵੀ ਇਹਨੂੰ ਰੈਕਗਨਾਈਜ਼ ਕਰ ਰਹੀਆਂ ਨੇ। ਹੁਣ ਉਹਨਾਂ ਦੇ ਸਰਟੀਫਿਕੇਟ ਤੇ ਲਿਖਿਆ ਜਾ ਰਿਹਾ ਕਿ ਆਨਲਾਈਨ ਐਜੂਕੇਸ਼ਨ ਸਿਸਟਮ, ਔਰ ਉਹਨੂੰ ਬਾਹਰਲੀਆਂ ਯੂਨੀਵਰਸਿਟੀਜ਼ ਵੀ ਅਸੈਪਟ ਕਰ ਰਹੀਆਂ ਨੇ, ਉਹਨੂੰ ਮਾਨਤਾ ਦੇ ਰਹੀਆਂ ਨੇ। ਸਿੱਧੇ ਸ਼ਬਦਾਂ 'ਚ ਫਿਰ ਜਿਹੜੇ ਅਸੀਂ ਪੁੱਛੇ ਵੀ ਇਹਦੇ ਫਾਇਦੇ ਕੀ ਨੇ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਉਹੀ ਗੱਲ ਜਿਹੜੀ ਤੁਹਾਡੇ ਵਾਲੀ ਆਈ, ਪਹਿਲਾਂ ਦਿਮਾਗ 'ਚ ਆਉਂਦਾ ਸੀਗਾ ਵੀ ਆਨਲਾਈਨ ਕੋਰਸ ਕਰ ਲਈਏ ਅਸੀਂ ਐਜੂਕੇਸ਼ਨ ਦੇ ਥਰੂ ਇਹਦੇ ਪੋਰਟਲ ਤੇ, ਪਰ ਕੀ ਬਾਅਦ 'ਚ ਉਹਦੀ ਮਾਨਤਾ ਮਿਲੇਗੀ? ਹੁਣ ਤੁਸੀਂ ਕਹਿ ਰਹੇ ਹੋ ਕਿ ਹੌਲੀ ਹੌਲੀ ਆ ਰਿਹਾ, ਹੋਰ ਕਿਹੜੇ ਫਾਇਦੇ ਨੇ? ਦੇਖੋ ਤੁਸੀਂ, ਮੈਂ ਬੜੀ ਵਧੀਆ ਐਗਜ਼ਾਮਪਲ ਦੇ ਰਿਹਾ, ਇੱਕ 5ਵੀਂ ਕਲਾਸ ਦਾ ਬੱਚਾ ਆਨਲਾਈਨ ਗੇਮ ਬਣਾ ਰਿਹਾ, ਕਿੱਦਾਂ ਪੋਸੀਬਲ ਹੋਇਆ? ਆਨਲਾਈਨ ਸਿਸਟਮ ਕਰਕੇ। ਇੱਕ ਬੱਚੇ ਨੂੰ ਇੱਕ ਟੀਚਰ ਪੜ੍ਹਾ ਰਿਹਾ ਸੀ ਇੱਕ ਕਲਾਸ 'ਚ ਇੱਕ ਸਬਜੈਕਟ, ਹੁਣ ਉਹ ਟੀਚਰ ਨੂੰ ਬੱਚਾ ਫੋਲੋ ਕਰ ਰਿਹਾ ਆ, ਲੇਕਿਨ ਉਹ YouTube ਤੇ ਜਾਂਦਾ, ਉਸ ਸਬਜੈਕਟ ਨੂੰ ਲਿਖਦਾ, ਹਰ ਇੱਕ ਚੀਜ਼ ਉਹਨੂੰ ਮਿਲ ਰਹੀ ਹੈ। ਤੁਸੀਂ ਆਨਲਾਈਨ ਇੱਕ ਸਬਜੈਕਟ ਨੂੰ ਪੜ੍ਹੋਗੇ, ਲੇਕਿਨ ਤੁਹਾਡਾ ਦਾਇਰਾ ਵੱਧ ਗਿਆ। ਪਹਿਲਾ ਦਾਇਰਾ ਸੀ ਇੱਕ ਰੂਮ, ਇੱਕ ਕਾਲਜ, ਇੱਕ ਸਕੂਲ, ਇੱਕ ਕਾਲਜ, ਇੱਕ ਕਮਰਾ।
ਹੁਣ ਦਾਇਰਾ ਪੂਰਾ ਦਾ ਪੂਰਾ ਦੁਨੀਆ ਆ, ਇੰਟਰਨੈਟ ਆ, ਹਰ ਇੱਕ ਚੀਜ਼ ਤੁਸੀਂ ਇੰਟਰਨੈਟ ਤੇ ਅਗਰ ਜਿਹੜੀ ਤੁਹਾਡੇ ਕੰਮ ਦੀ ਆ ਲੈਣਾ ਚਾਹੋਗੇ ਤੁਸੀਂ ਲੈ ਸਕਦੇ ਹੋ। ਇਹ ਫਾਇਦਾ ਇੰਟਰਨੈਟ ਦੇ ਥਰੂ ਹੋਇਆ। ਬੱਚੇ ਦੇ ਮਾਂ-ਬਾਪ ਬੱਚੇ ਨੂੰ ਘਰੋਂ ਭੇਜਦੇ ਆ ਪੜ੍ਹਨ ਲਈ, ਉਹਦਾ ਫੋਨ ਆਂਦਾ ਬੱਚੇ ਦਾ ਸਕੂਲ ਕਾਲਜ ਸਕੂਲ ਦੇ ਅੰਦਰ, ਬੇਟਾ ਤੂੰ ਠੀਕ ਠਾਕ ਪਹੁੰਚ ਗਿਆ, ਉਹ ਸਿਰਦਰਦੀ ਘਟ ਗਈ, ਟਾਈਮ ਬਚ ਗਿਆ, ਪੈਸੇ ਬਚ ਗਏ। ਨਵੀਆਂ ਟੈਕਨੋਲੋਜੀਜ਼ ਤੁਸੀਂ ਸੁਣਿਆ ਨਹੀਂ ਹੋਏਗਾ, ਕਈ ਬੱਚਿਆਂ ਨੂੰ ਪਤਾ ਹੀ ਨਹੀਂ ਸੀਗਾ ਜਿਹੜੇ ਹੁਣ ਉਹ ਸੌਫਟਵੇਅਰ ਯੂਜ਼ ਕਰ ਰਹੇ ਆ। ਇਹ ਕਿਸ ਕਰਕੇ ਹੋਇਆ? ਆਨਲਾਈਨ ਸਿਸਟਮ ਕਰਕੇ, ਕਿਉਂਕਿ ਅਸੀਂ ਇੱਕ ਉਸ ਦੁਨੀਆ ਨਾਲ ਜੁੜ ਗਏ ਜਿਹਨੂੰ ਅਸੀਂ ਕਹਿੰਦੇ ਗਲੋਬਲ ਵਰਲਡ। ਜੀ ਪਹਿਲਾਂ ਸਾਡਾ ਵਰਲਡ, ਸਾਡਾ ਕਮਰਾ, ਸਾਡਾ ਦਫ਼ਤਰ, ਸਾਡਾ ਰੂਮ ਤੋਂ ਬਾਅਦ ਸਾਡਾ ਕਾਲਜ, ਸਾਡਾ ਸਕੂਲ, ਹੁਣ ਪੂਰੀ ਦੁਨੀਆ ਸਾਡਾ ਸਕੂਲ ਹੈ। ਹਰ ਇੱਕ ਚੀਜ਼ ਅਗਰ ਜੋ ਚਾਹੁੰਦੇ ਹੋ ਤੁਸੀਂ ਸਿੱਖਣਾ ਉਹ ਤੋਂ ਸਿੱਖ ਸਕਦੇ ਹੋ ਜੀ। ਤੇ ਆਨਲਾਈਨ ਕਲਾਸਿਸ ਅੱਜ ਹਰ ਬੱਚਾ ਲੈ ਰਿਹਾ ਹੈ ਤੇ ਕਿੰਨੀ ਕੁ ਫਾਇਦੇਮੰਦ ਹੈ ਆਨਲਾਈਨ ਕਲਾਸਿਸ, ਕੀ ਰੋਲ ਹੈ ਬੱਚੇ ਦਾ ਇਸ ਆਨਲਾਈਨ ਕਲਾਸਿਸ ਦਾ? ਔਰ ਜਦੋਂ ਸਕੂਲ 'ਚ ਬੱਚਾ ਜਾਂਦਾ ਸੀ ਇੱਕ ਡਰ ਹੁੰਦਾ ਸੀ ਅਧਿਆਪਕ ਦਾ, ਨਾ ਅਧਿਆਪਕ ਖੜਾ ਹੈ ਸਾਹਮਣੇ, ਅਸੀਂ ਹਾਲੇ ਵੀ ਡਰਦੇ ਹਾਂ ਜੀ। ਸਾਡੇ ਟੀਚਰਸ ਦੀ, ਮੈਂ ਹੁਣ ਇਸ ਨਾਲ ਗੱਲ ਕਰ ਰਿਹਾ ਸੀ, ਸਾਡੇ ਟੀਚਰ ਨੇ ਜੋ ਸਿਖਾਇਆ ਉਹਨਾਂ ਦਾ ਡਰ, ਸਾਡੇ ਜੋ ਮਾਂ-ਬਾਪ ਸਾਨੂੰ ਸਿਖਾਏ ਉਹਨਾਂ ਦਾ ਡਰ, ਅੱਜ ਵੀ ਮਾਂ-ਬਾਪ ਦਾ ਡਰਦੇ ਆ। ਉਹਦਾ ਕਾਰਨ ਹੈ ਕਿ ਮਾਂ-ਬਾਪ ਤੋਂ ਵਧੀਆ ਟੀਚਰ ਕੋਈ ਨਹੀਂ ਹੋ ਸਕਦਾ, ਕਿਉਂਕਿ ਸੁੱਤੇ ਉੱਠਦੇ ਹੋ ਤੁਹਾਨੂੰ ਕੁਝ ਨਾ ਕੁਝ ਸਿਖਾਉਂਦੇ ਨੇ ਜੀ। ਸੋ ਇਹ ਤਾਂ ਗੱਲ ਜ਼ਰੂਰ ਹੈ ਕਿ ਜਦੋਂ ਤੁਸੀਂ ਆਨਲਾਈਨ ਸਿਸਟਮ ਚਾਹੁੰਦੇ ਹੋ ਤੇ ਉਹ ਡਰ ਸ਼ਾਇਦ ਘਟ ਜਾਏ, ਬਟ ਇਹਦੇ ਵਿੱਚ ਸਾਡੀ ਡਿਊਟੀ ਵੀ ਹੈ, ਮਾਂ-ਬਾਪ ਦੀ ਵੀ ਡਿਊਟੀ ਹੈ ਕਿ ਆਪਣੇ ਬੱਚੇ ਦਾ ਖਿਆਲ ਰੱਖਣਾ। ਕਿਉਂਕਿ ਬੱਚੇ ਕੀ ਕਰ ਰਹੇ ਨੇ, ਆਨਲਾਈਨ ਐਜੂਕੇਸ਼ਨ ਤਾਂ ਲੈ ਰਹੇ ਨੇ, ਕੁਝ ਬੱਚੇ ਇੱਦਾਂ ਦੇ ਵੀ ਨੇ ਸ਼ੈਤਾਨ, ਉਹ ਬੱਚੇ ਕੀ ਕਰਦੇ ਨੇ, ਆਨਲਾਈਨ ਟੀਚਰ ਨਾਲ ਇੰਟਰੈਕਟ ਕਰਕੇ ਆਪ ਨਿਕਲ ਗਏ। ਅੱਛਾ ਜੀ, ਠੀਕ ਹੈ, ਉਹ ਆਪ ਕਲਾਸ ਹੀ ਨਹੀਂ ਲਾ ਰਹੇ, ਟੀਚਰ ਵਿਚਾਰੇ ਨੂੰ ਨਹੀਂ ਲੱਗ ਰਿਹਾ ਕਿ ਬੱਚਾ ਪੜ੍ਹ ਰਿਹਾ, ਲੇਕਿਨ ਉਹਦੇ ਲਈ ਉਹ ਬੱਚਾ ਨਿਕਲ ਗਿਆ। ਮੇਰੇ ਕੋਲ ਕਈ ਐਗਜ਼ਾਮਪਲਸ ਨੇ। ਇਸ ਕਰਕੇ ਸਾਡੀ ਮਾਂ-ਬਾਪ ਦੀ ਵੀ ਡਿਊਟੀ ਬਣਦੀ ਆ ਟੀਚਰਸ ਨੂੰ ਇੰਟਰੈਕਟ ਕਰਦੇ ਰਹਿਣ ਰੈਗੂਲਰ ਇੰਟਰਵਲ 'ਚ, ਫਿਰ ਉਹ ਆਪਣੇ ਬੱਚਿਆਂ ਦਾ ਖਿਆਲ ਰੱਖਣ ਕਿ ਜਦੋਂ ਉਹ ਪੜ੍ਹਨ ਬੈਠਣ ਆਨਲਾਈਨ, ਉਹ ਉਦੋਂ ਉਹਨਾਂ ਨੂੰ ਦੇਖਣ ਕਿ ਵਾਕਈ ਉਹ ਪੜ੍ਹ ਰਹੇ ਨੇ ਜੀ। ਐਗਜ਼ਾਮਸ ਜਦੋਂ ਹੋ ਰਹੇ ਨੇ ਉਦੋਂ ਨਕਲ ਤਾਂ ਨਹੀਂ ਮਾਰ ਰਹੇ, ਕਿਉਂਕਿ ਇਹ ਚੀਜ਼ਾਂ ਜ਼ਿਆਦਾ ਪ੍ਰਚਲਿਤ ਹੋਈਆਂ। ਮੇਰਾ ਆਪਣਾ ਐਕਸਪੀਰੀਅੰਸ ਆਨਲਾਈਨ ਸਿਸਟਮ, ਜਿਹੜੇ ਬੱਚੇ ਆਨਲਾਈਨ ਪੜ੍ਹ ਰਹੇ ਨੇ ਉਹ ਕੁਝ ਤਾਂ ਡੈਡੀਕੇਟਡ ਨੇ ਤੇ ਕੁਝ ਤੁਸੀਂ ਇਹ ਦੇਖ ਲਓ ਕਿ ਅਗਰ ਬੱਚਾ ਆਨਲਾਈਨ ਪੜ੍ਹ ਰਿਹਾ ਆ ਔਰ ਅਗਰ ਉਹਦਾ ਟੀਚਰ ਉਹਨੂੰ ਪੜ੍ਹਾ ਰਿਹਾ ਔਰ ਉਹ ਕਲਾਸ ਨਹੀਂ ਲਏਗਾ ਤਾਂ ਲਾਸ ਕਿਹਦਾ ਹੈ? ਸਾਡੇ ਬੱਚੇ ਦਾ। ਮੈਂ ਤੁਹਾਡੀਆਂ ਗੱਲਾਂ ਦੇ ਵਿੱਚ ਹੋਰ ਵੀ ਕਈ ਸਵਾਲ ਆਏ ਨੇ, ਲੇਕਿਨ ਉਹ ਬਾਅਦ ਪੁੱਛਦੇ ਹਾਂ। ਇੱਕ ਚੀਜ਼ ਹੋਰ, ਤੁਸੀਂ ਉਹਨੇ ਬੜੀ ਇੱਕ ਇਨਫੋਰਮੇਸ਼ਨ ਜੀ ਦਿੱਤੀ ਹੈ, ਇੱਕ ਅੱਛੀ ਜਾਣਕਾਰੀ ਦਿੱਤੀ ਹੈ ਕਿ ਜਦੋਂ ਅਸੀਂ ਕੰਟੈਂਟ ਸਰਚ ਕਰਦੇ ਹਾਂ, ਯਾਨੀ ਕਿ ਕੋਈ ਸਵਾਲ ਸਰਚ ਕਰਦਾ ਬੱਚਾ ਤੇ ਉਹਨੂੰ ਕਿੰਨੇ ਸਾਰੇ ਉੱਥੇ ਜਿਹੜੇ ਆ ਆਪਸ਼ਨਸ, ਵਿਕਲਪ ਜਿਹੜੇ ਨੇ ਉਹ ਮੌਜੂਦ ਹੋ ਜਾਂਦੇ ਨੇ। ਯਾਨੀ ਕਿ ਇੱਕ ਹਿਸਾਬ 'ਚ ਕਹੀਏ ਵੀ ਇੱਕ ਸਵਾਲ ਪੁੱਛਿਆ ਤੇ ਕਿੰਨੇ ਸਾਰੇ ਟੀਚਰ ਆ ਗਏ। ਜੀ ਬਿਲਕੁਲ ਸਹੀ ਕਹਿ ਰਹੇ ਹੋ। ਪਰ ਇਹ ਕਿਸ ਤਰ੍ਹਾਂ ਪਤਾ ਲੱਗਿਆ ਕਿ ਸਵਾਲ ਕਿਹੜਾ ਲੈਣਾ, ਯਾਨੀ ਕਿ ਵਿਸ਼ਾ ਕਿਹੜਾ ਲੈਣਾ? ਕਿਉਂਕਿ ਵਿਸ਼ਿਆਂ ਦੀ ਚੋਣ ਦੀ ਸੰਭਾਵਨਾ ਵੀ ਬੜੀ ਔਖੀ ਹੁੰਦੀ ਹੈ। 1 ਮਿੰਟ ਦੇ ਵਿੱਚ ਜ਼ਿੰਦਗੀ ਤਾਂ ਨਹੀਂ ਬਦਲਦੀ, ਪਰ 1 ਮਿੰਟ ਦੇ ਵਿੱਚ ਲਿਆ ਫੈਸਲਾ ਜ਼ਿੰਦਗੀ ਬਦਲ ਦਿੰਦਾ ਹੈ। ਹਾਂ, ਇਹਦੇ ਵਿੱਚ ਥੋੜਾ ਜਿਹਾ ਅਵੇਅਰ ਹੋਣਾ ਪਏਗਾ। ਜਿਹੜੇ ਮਾਂ-ਬਾਪ ਨੇ ਉਹਨਾਂ ਨੂੰ ਸਬਜੈਕਟ ਚੂਜ਼, ਕਿਉਂਕਿ ਹੁਣ ਬੱਚੇ ਦੀ ਜਿਹੜੀ ਸਬਜੈਕਟ ਨੂੰ ਚੂਜ਼ ਕਰਨ ਦੀ ਜਿਹੜੀ ਸਮਰੱਥਾ ਆ ਉਹ ਨਹੀਂ ਹੁੰਦੀ। ਉਹਦੇ ਲਈ 2 ਤਰੀਕੇ ਨੇ। ਪਹਿਲਾਂ ਤਾਂ ਉਹ ਆਪਣੇ ਜਿਹੜੇ ਕੰਸਰਨ ਟੀਚਰ ਹੈ, ਜਿਨ੍ਹਾਂ ਕੋਲ ਉਹ ਸਕੂਲ 'ਚ ਪੜ੍ਹ ਰਿਹਾ ਆ ਜਾਂ ਜਿਨ੍ਹਾਂ ਕੋਲ ਪੜ੍ਹ ਚੁੱਕਾ ਆ, ਉਹਨਾਂ ਦੀ ਗਾਈਡੈਂਸ ਲੈਣ। ਦੂਸਰਾ, ਆਨਲਾਈਨ ਕਾਉਂਸਲਿੰਗ ਸੈਸ਼ਨ ਵੀ ਹੁੰਦੇ ਨੇ। ਤੁਸੀਂ ਆਨਲਾਈਨ ਸੈਸ਼ਨ ਜੁਆਇਨ ਕਰੋ, ਕੁਝ ਫ੍ਰੀ 'ਚ ਵੀ ਦਿੰਦੇ ਨੇ ਔਰ ਕੁਝ ਪੇਡ ਵੀ ਨੇ, ਜਿਨ੍ਹਾਂ ਤੋਂ ਤੁਸੀਂ ਕਾਉਂਸਲ ਕਰਾ ਸਕਦੇ ਹੋ ਆਪਣੇ ਬੱਚੇ ਨੂੰ ਕਿ ਤੁਹਾਡੇ ਬੱਚੇ ਦਾ ਇੰਟਰਸਟ ਕੀ ਆ, ਉਹਨੂੰ ਕਿਹੜੇ ਫੀਲਡ 'ਚ ਜਾਣਾ ਚਾਹੀਦਾ। ਕਿਉਂਕਿ ਮੇਰਾ ਇੰਟਰਸਟ ਅਗਰ ਹੈ ਕੰਪਿਊਟਰਸ ਤੇ ਮੈਂ ਕੰਪਿਊਟਰ ਜਾਵਾਂਗਾ ਤਾਂ ਮੈਂ ਸਟ੍ਰੈਸ ਫ੍ਰੀ ਰਹੂੰਗਾ। ਅਗਰ ਤੁਸੀਂ ਕਹੋਗੇ ਕਿ ਮੇਰੇ ਬਾਪ ਕਹਿਣ ਜੀ ਇਸ ਬੱਚੇ ਨੂੰ ਤਾਂ ਮੈਂ ਇੰਜੀਨੀਅਰਿੰਗ ਨਹੀਂ ਕਰਾਣੀ, ਇਹਨੂੰ ਡਾਕਟਰ ਬਣਾਉਣਾ, ਮੇਰਾ ਇੰਟਰਸਟ ਇੰਜੀਨੀਅਰਿੰਗ 'ਚ ਆ, ਮੈਂ ਡਾਕਟਰ ਨਹੀਂ ਬਣਨਾ ਚਾਹੁੰਦਾ, ਤੇ ਮੈਂ ਸਾਰੀ ਉਮਰ ਸਟ੍ਰੈਸ ਫ੍ਰੀ ਨਹੀਂ ਰਹਿ ਪਾਵਾਂਗਾ। ਮੈਂ ਸਾਰੀ ਉਮਰ ਉਸ ਐਜੂਕੇਸ਼ਨ ਨੂੰ ਤਾਂ ਪੜਾਂਗਾ ਲੇਕਿਨ ਸਟ੍ਰੈਸ ਦੇ ਨਾਲ। तो साडी ड्यूटी ये भी है कि साडा बच्चा स्ट्रेस फ्री भी रहे। तो इस करके काउंसलिंग करानी बच्चे दी बहुत जरूरी है। ਉਹਦੇ ਲਈ ਕਈ ਆਨਲਾਈਨ ਪੋਰਟਲਸ ਨੇ ਜਿੱਥੇ ਤੁਸੀਂ ਕਾਉਂਸਲਿੰਗ ਕਰਵਾ ਸਕਦੇ ਹੋ। ਪਰ ਇਹ ਕਿੱਥੋਂ ਪਤਾ ਲੱਗੇਗਾ ਵੀ ਕਰਨਾ ਕਿਹੜੇ ਆਧਾਰੇ ਤੋਂ, ਜਿਸ ਤਰ੍ਹਾਂ ਉਹਦੇ ਕਿਉਂਕਿ ਰੈਂਕਿੰਗ ਦਾ ਕੀ ਚੱਕਰ ਹੁੰਦਾ ਹੈ? ਤੁਸੀਂ ਅਗਰ ਆਨਲਾਈਨ ਸਰਚ ਕਰੋਗੇ ਤੇ ਉੱਥੇ ਇੱਕ ਮਾਨਤਾ ਪ੍ਰਾਪਤ ਜਾਂ ਜਿਹਨੂੰ ਅਸੀਂ ਇੰਗਲਿਸ਼ ਕਹਿ ਦਈਏ ਅਥੈਂਟੀਕੇਟਡ ਵੇ ਆ, ਪ੍ਰਮਾਣਿਕਤਾ। ਬਿਲਕੁਲ ਬਿਲकुल, ਜਿੱਥੇ ਗਵਰਨਮੈਂਟ ਸੈਕਟਰ ਵੀ ਆਂਦਾ ਆ, ਪ੍ਰਾਈਵੇਟ ਸੈਕਟਰ ਵੀ ਰੈਂਕਿੰਗ ਦੇ ਅਕੋਰਡਿੰਗਲੀ ਆਂਦੇ। ਇਹ ਥੋੜਾ ਜਿਹਾ ਤੁਸੀਂ ਐਫਰਟ ਕਰੋਗੇ, ਕੁਝ ਆਪਣੇ ਟੀਚਰ ਦੀ ਗਾਈਡੈਂਸ ਲਓਗੇ ਤੇ ਮਿਲ ਜਾਏਗਾ ਤੁਹਾਨੂੰ 100%। ਜੀ, ਔਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਆਨਲਾਈਨ ਦੇ ਵਿੱਚ ਇੰਟਰਨੈਟ, ਹੈ ਨਾ। ਇੰਟਰਨੈਟ ਹੋਏਗਾ ਤੇ ਤਾਂ ਹੀ ਜਿਹੜੇ ਬੱਚੇ ਆ ਪੜ੍ਹਾਈ ਕਰ ਸਕਣਗੇ। ਸ਼ਹਿਰਾਂ ਦੇ ਵਿੱਚ ਤਾਂ ਇੰਟਰਨੈਟ ਫੈਸਿਲਿਟੀ ਬਹੁਤ ਵਧੀਆ ਹੈ, ਪਰ ਕਿਤੇ ਨਾ ਕਿਤੇ ਪਿੰਡਾਂ ਦੇ ਬੱਚੇ ਇਸ ਤੋਂ ਵਾਂਝੇ ਨਹੀਂ ਰਹੇ। ਉਹਦੇ ਲਈ ਫਿਰ ਮੈਂ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ਨੂੰ ਹੀ ਅੱਗੇ ਲੈ ਕੇ ਆਵਾਂਗਾ, ਕਿਉਂਕਿ ਹਰ ਇੱਕ ਘਰ 'ਚ ਟੀਵੀ ਹੈ ਜੀ, ਔਰ ਹਰ ਇੱਕ ਜਗ੍ਹਾ 'ਤੇ ਦੂਰਦਰਸ਼ਨ ਹੈ, ਹਰ ਇੱਕ ਪਿੰਡ 'ਚ ਦੂਰਦਰਸ਼ਨ ਹੈ, ਹਰ ਇੱਕ ਸ਼ਹਿਰ 'ਚ ਦੂਰਦਰਸ਼ਨ ਹੈ। ਤੇ ਮੈਂ ਹੁਣੀ ਥੋੜੀ ਦੇਰ ਪਹਿਲਾਂ ਵੀ ਦੇਖਿਆ ਸੀਗਾ ਦੂਰਦਰਸ਼ਨ ਜਦੋਂ ਕੋਵਿਡ ਸੀਗਾ ਤੇ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਆਪਣੇ ਐਜੂਕੇਸ਼ਨ ਸਿਸਟਮ ਦੇ ਲਈ। ਜਿਹੜੇ ਪੰਜਾਬ ਬੋਰਡ ਦੇ ਬੱਚਿਆਂ ਦੇ ਸੀ ਉਹਨਾਂ ਨੂੰ ਇੱਕ ਡੈਡੀਕੇਟਡ ਉਹਨਾਂ ਨੇ ਟੀਚਰਸ ਪ੍ਰੋਵਾਈਡ ਕੀਤੇ, ਆਨਲਾਈਨ ਐਜੂਕੇਸ਼ਨ ਪ੍ਰੋਵਾਈਡ ਕੀਤੀ। ਤੇ ਮੈਨੂੰ ਲੱਗਦਾ ਕਿ ਫਿਰ ਉਸ ਟਾਈਮ ਟੀਵੀ ਇੱਕ ਬਹੁਤ ਵਧੀਆ ਜ਼ਰੀਆ ਔਰ ਮਾਧਿਅਮ ਹੈ ਜਿਹਦੇ ਥਰੂ ਅਸੀਂ ਆਪਣੇ ਬੱਚਿਆਂ ਨੂੰ ਗਾਈਡ ਕਰ ਸਕਦੇ ਹਾਂ। ਵੈਸੇ ਤਾਂ 3 ਮਾਧਿਅਮ ਨੇ, ਟੀਵੀ, ਕੰਪਿਊਟਰਸ ਔਰ ਮੋਬਾਈਲ, ਲੇਕਿਨ ਸਭ ਤੋਂ ਜਿਹੜਾ ਵਧੀਆ ਜਿਸ ਤੋਂ ਤੁਹਾਨੂੰ ਕੋਈ ਪੈਸਾ ਨਹੀਂ ਖਰਚਣਾ ਪਏਗਾ ਉਹ ਟੀਵੀ ਔਰ ਦੂਰਦਰਸ਼ਨ। ਦੂਰਦਰਸ਼ਨ ਵਾਕਈ ਜੀ, ਦੂਰਦਰਸ਼ਨ ਨੇ ਆਪਣੀ ਪੂਰਾ ਜਿਹੜੀ ਡਿਊਟੀ, ਪੂਰਾ ਫਰਜ਼ ਨਿਭਾਇਆ। ਔਰ ਤੁਹਾਡੀ ਗੱਲ ਵੀ ਸਹੀ ਹੈ
ਲੇਕਿਨ ਜਦੋਂ ਤੁਲਨਾ ਕਰਦੇ ਹਾਂ, ਤੁਲਨਾ ਸਿਰਫ ਸ਼ਹਿਰਾਂ ਤੇ ਪਿੰਡ ਦੀ ਨਹੀਂ ਹੁੰਦੀ, ਪਿੰਡਾਂ ਦੇ ਵਿੱਚ ਅਸੀਂ ਤੁਲਨਾ ਕਰਦੇ ਹਾਂ, ਕਈ ਵਾਰੀ ਆਪਣੇ ਦੇਸ਼ ਦੀ ਵਿਦੇਸ਼ਾਂ ਨਾਲ ਵੀ ਤੁਲਨਾ ਕਰਨੀ ਪੈਂਦੀ ਹੈ ਜੀ। ਵਿਦੇਸ਼ਾਂ ਦੇ ਵਿੱਚ ਤੇ ਸਾਡੇ ਦੇਸ਼ ਦੇ ਵਿੱਚ ਇਸ ਆਨਲਾਈਨ ਐਜੂਕੇਸ਼ਨ ਦੇ ਸਿਸਟਮ ਦੇ ਵਿੱਚ ਕੁਝ ਤਾਂ ਫਰਕ ਹੋਏਗਾ। ਦੇਖੋ, ਮੈਂ ਉਸ ਦੇਸ਼ 'ਚ ਜੰਮਿਆ ਪਲਿਆ ਜਿਹਨੂੰ ਭਾਰਤ ਕਹਿੰਦੇ ਆ ਜੀ, ਇੰਡੀਆ ਕਹਿੰਦੇ ਆ, ਜਿੱਥੇ ਇੱਕ ਪਰੰਪਰਾ ਆ ਗੁਰੂ ਸ਼ਿਸ਼ਯ। ਜੀ, ਜਦੋਂ ਬੱਚਾ ਪਹਿਲੇ ਦਿਨ ਘਰੋਂ ਜਾਂਦਾ ਆ ਤਾਂ ਉਹਦੇ ਮਾਪੇ ਉਹਨੂੰ ਇਹ ਸਿਖਾਉਂਦੇ ਆ ਕਿ ਬੇਟਾ ਸਾਡੇ ਤੋਂ ਪਹਿਲਾਂ ਤੇਰਾ ਹੁਣ ਗੁਰੂ ਆ, ਤੂੰ ਆਪਣੇ ਗੁਰੂ ਦੀ ਪਹਿਲਾਂ ਗੱਲ ਸੁਣਨੀ ਹੈ। ਗੁਰੂ ਸ਼ਿਸ਼ਯ ਪਰੰਪਰਾ। ਮੈਂ ਇਮੋਸ਼ਨਲ ਹੋ ਰਿਹਾ ਕਿਉਂਕਿ ਮੈਂ ਆਪਣੇ ਟੀਚਰ ਨਾਲ ਰਿਹਾ ਜੀ। ਲੇਕਿਨ ਅਗਰ ਅਸੀਂ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਅਸੀਂ ਬਹੁਤ ਅੱਗੇ ਆ ਬਾਹਰਲੀਆਂ ਯੂਨੀਵਰਸਿਟੀਜ਼ ਤੋਂ। ਸਾਨੂੰ ਸਿਰਫ ਕੁਝ ਚੀਜ਼ਾਂ ਦੀ ਕਮੀ ਆ, ਸਾਡੇ ਕੋਲ ਰਿਸੋਰਸਿਸ ਨਹੀਂ ਆ। ਸਾਡੇ ਕੋਲ ਅਗਰ ਰਿਸੋਰਸਿਸ ਹੋ ਜਾਣ, ਵਧੀਆ ਇੰਟਰਨੈਟ ਹੋ ਜਾਏ, ਸਾਡੇ ਕੋਲ ਵਧੀਆ ਇਨਫਰਾਸਟ੍ਰਕਚਰ ਹੋ ਜਾਏ, ਵਧੀਆ ਕੁਆਲਿਟੀ ਦੇ ਕੰਪਿਊਟਰਸ ਮਿਲ ਜਾਣ, ਵਧੀਆ ਸੌਫਟਵੇਅਰਸ ਮਿਲ ਜਾਣ, ਤੇ ਅਸੀਂ ਯੂਨੀਵਰਸਿਟੀ ਜਿਹੜੀਆਂ ਫੋਰਨ ਯੂਨੀਵਰਸਿਟੀ ਆ ਉਹਨਾਂ ਨੂੰ ਵੀ ਅਸੀਂ ਕੰਪੀਟ ਕਰ ਸਕਦੇ ਹਾਂ, ਉਹਨਾਂ ਨੂੰ ਵੀ ਪਿੱਛੇ ਛੱਡ ਸਕਦੇ ਹਾਂ। ਮੇਰੇ ਕੋਲ ਕਈ ਦਨੀ ਐਗਜ਼ਾਮਪਲਸ ਨੇ ਜਿਹੜੇ ਮੇਰੇ ਕੋਲ ਬੱਚੇ ਆਨਲਾਈਨ ਪੜ੍ਹਦੇ ਨੇ। ਸਾਡਾ ਟੀਚਰ ਸਟ੍ਰੈਸ ਲੈਂਦਾ ਹੈ ਆਪਣੇ ਬੱਚੇ ਦੀ, ਉਹ ਆਪਣੇ ਸਟੂਡੈਂਟ ਨੂੰ ਆਪਣੇ ਬੱਚਿਆਂ ਵਾਂਗੂ ਸਮਝਦਾ, ਆਪਣੇ ਬੱਚੇ ਨੂੰ ਦੇਖਦਾ ਜਿੱਦਾਂ ਉਦੀ ਉਹ ਸਟੂਡੈਂਟ ਨੂੰ ਦੇਖਦਾ ਕਿ ਮੇਰੇ ਸਟੂਡੈਂਟ ਦਾ ਜੋ ਕੰਮ ਮੈਂ ਕੱਲ ਦਿੱਤਾ ਸੀ ਕਿ ਉਹ ਪੂਰਾ ਹੋਇਆ ਕਿ ਨਹੀਂ ਹੋਇਆ, ਉਹਦੇ ਲਈ ਉਹ ਅਵੇਅਰ ਰਹਿੰਦਾ। ਬਟ ਫੋਰਨ ਯੂਨੀਵਰਸਿਟੀ 'ਚ ਉਹੀ ਅਸਿੰਕਰੋਨਸ ਮੋਡ, ਚੀਜ਼ਾਂ ਪਾਤੀਆਂ, ਪੜੋ ਨਹੀਂ ਪੜੋ, ਤੁਸੀਂ ਪੈਸੇ ਦੇਣੇ ਆ ਤੇ ਪੇਪਰ ਦੋਗੇ, ਨਹੀਂ ਤਾਂ ਤੁਹਾਨੂੰ ਫੇਲ ਕਰਤਾ ਜਾਏਗਾ। ਇੱਥੇ ਫੇਲ ਹੋਣ ਦਾ ਮਤਲਬ ਟੀਚਰ ਆਪਣੇ ਤੇ ਫੀਲ ਕਰਦਾ ਕਿ ਮੇਰੇ ਹੁੰਦੇ ਮੇਰਾ ਸਟੂਡੈਂਟ ਕਿਉਂ ਫੇਲ ਹੋਇਆ। ਸੋ ਇਹ ਪਰੰਪਰਾ ਦੇਖਦੇ ਹੋਏ ਮੈਂ ਤਾਂ ਇਹੀ ਕਹੂੰਗਾ ਕਿ ਸਾਡਾ ਸਿਸਟਮ ਬੈਟਰ ਹੈ। ਸਾਨੂੰ ਅਗਰ ਰਿਸੋਰਸਿਸ ਮਿਲ ਜਾਣ, ਸਾਡੇ ਬੱਚਿਆਂ ਨੂੰ ਕਦੀ ਵੀ ਬਾਹਰ ਜਾਣ ਦੀ ਲੋੜ ਹੀ ਨਹੀਂ ਪਏ। ਅਸੀਂ ਇੱਥੇ ਹੀ ਇੰਜੀਨੀਅਰਸ, ਡਾਕਟਰਸ ਵਧੀਆ ਕੁਆਲਿਟੀ ਦੇ ਬਣਾ ਸਕਦੇ ਹਾਂ। ਬਹੁਤ ਅੱਛੀ ਗੱਲ, ਮਨ ਵਾਲੀ ਗੱਲ ਕਹੀ ਹੈ ਨਾ, ਬਿਲਕੁਲ ਸਹੀ। ਔਰ ਮੈਂ ਫਿਰ ਦੁਬਾਰਾ ਇੰਟਰਨੈਟ ਤੇ ਆਣਾ ਚਾਹੂੰਗੀ। ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਕੋਈ ਕੰਮ ਕਰ ਰਹੇ ਹਾਂ ਆਨਲਾਈਨ ਤੇ ਜਿਹੜਾ ਨੈਟ ਹੈ ਨਾ ਬੰਦ ਹੋ ਜਾਂਦਾ ਹੈ, ਬਫਰਿੰਗ ਆਣੀ ਸ਼ੁਰੂ ਹੋ ਜਾਂਦੀ ਹੈ, ਤੇ ਉਹ ਜਿਹੜਾ ਇੰਟਰਨੈਟ ਦੀ ਕੁਆਲਿਟੀ ਆ ਉਹ ਕਿਸ ਤਰ੍ਹਾਂ ਦੀ ਚਾਹੀਦੀ ਹੈ ਬੱਚਿਆਂ ਨੂੰ ਆਨਲਾਈਨ ਐਜੂਕੇਸ਼ਨ ਦੇ ਵਿੱਚ? ਹਾਂਜੀ, ਸਭ ਤੋਂ ਪਹਿਲਾਂ ਤਾਂ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਇੰਟਰਨੈਟ ਅਗਰ ਸਪੀਡ ਨਹੀਂ ਪ੍ਰੋਪਰ ਹੋਏਗੀ ਤੇ ਉਹ ਬਫਰਿੰਗ ਜਿਹੜਾ ਤੁਸੀਂ ਦੇਖ ਰਹੇ ਹੋ ਮੂਵ ਕਰਦਾ ਰਹੇਗਾ ਪ੍ਰੋਗਰੈਸ ਬਾਰ। ਲੇਕਿਨ ਇਕੱਲਾ ਇੱਕ ਉਹ ਕਾਰਨ ਹੀ ਨਹੀਂ ਹੈ, ਇੰਟਰਨੈਟ ਹੀ ਇਕੱਲਾ ਕਾਰਨ ਨਹੀਂ ਹੈ। ਉਹਦੇ ਪਿੱਛੇ ਕਾਰਨ ਜਿਹੜੀ ਸਾਡੀ ਮਸ਼ੀਨ ਆ ਜਿੱਥੇ ਅਸੀਂ ਬਰਾਊਜ਼ ਕਰ ਰਹੇ ਹਾਂ ਉਸ ਐਪਲੀਕੇਸ਼ਨ ਨੂੰ, ਵੈਬ ਐਪਲੀਕੇਸ਼ਨ ਨੂੰ, ਬਰਾਊਜ਼ਰ ਕਿਸ ਕੁਆਲਿਟੀ ਦਾ ਆ, ਉਸ ਬਰਾਊਜ਼ਰ 'ਚ ਮਾਲਵੇਅਰ ਤਾਂ ਨਹੀਂ ਇੰਟਰੋਡਿਊਸ ਹੋ ਗਏ, ਕੋਈ ਵਾਇਰਸ ਤਾਂ ਨਹੀਂ ਆ ਗਿਆ ਕਿ ਸਾਡੀ ਮਸ਼ੀਨ ਤੇ ਤਾਂ ਵਾਇਰਸ ਨਹੀਂ ਆ। ਇੱਦਾਂ ਦੇ ਕਈ ਰੀਜ਼ਨਸ ਨੇ ਜਿਹੜੀ ਸਾਡੀ ਉਸ ਪ੍ਰੋਸੈਸ ਲਈ, ਜਿਹਨੂੰ ਅਸੀਂ ਬਫਰਿੰਗ ਬੋਲਦੇ ਆ, ਉਹਦੇ ਲਈ ਕਾਰਨ ਹੋਣਗੇ। ਜੀ ਮਨੋਜ ਸਰ, ਮੈਂ ਫਿਰ ਤੋਂ ਆਨਲਾਈਨ ਸਟੱਡੀ ਕੋਰਸਿਸ ਵੱਲ ਆ ਰਿਹਾ ਜੀ। ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਪ੍ਰਮਾਣਿਕਤਾ ਹੋਣੀ ਚਾਹੀਦੀ, ਰੈਂਕਿੰਗ ਵੀ ਦੇਖਣੀ ਚਾਹੀਦੀ, ਪਰ ਇੱਕ ਚੀਜ਼ ਹੋਰ ਦੇਖਣ ਜਾ ਰਹੀ ਹੈ। ਮੈਂ ਦੇਖ ਰਿਹਾ ਕਿ ਆਨਲਾਈਨ ਸਟੱਡੀ ਤਾਂ ਹੈ ਪਰ ਧੋਖਾਧੜੀ ਵੀ ਕਾਫੀ ਹੋ ਰਹੀ ਹੈ। ਬਿਲਕੁਲ ਬਿਲਕੁਲ ਠੀਕ ਕਹਿ ਰਹੇ। ਪਿਛਲੇ ਕੁਝ ਦਿਨਾਂ 'ਚ ਮੈਂ ਦੇਖਿਆ ਕਿ ਮੈਂ ਖੁਦ ਦੇਖ ਰਿਹਾ ਸੀਗਾ ਕਿ ਕੋਈ ਕੋਰਸ ਸੀਗਾ, ਉਹਦੀ ਘੱਟੋ ਘੱਟ ਫੀਸ 6-7 ਹਜ਼ਾਰ ਰੁਪਏ ਹੋਣੀ ਹੈ, ਬਟ ਉਹ ਉੱਥੇ ਆਪਸ਼ਨ ਆ ਰਹੀ ਸੀਗੀ ਕਿ 300 ਰੁਪਏ ਵਿੱਚ, ਇੱਕ ਆ ਰਿਹਾ ਸੀ 650 ਰੁਪਏ 'ਚ। ਹੁਣ ਕੀ ਇਹ ਖਾਸ ਤੌਰ ਤੇ ਜਿਸ ਤਰ੍ਹਾਂ ਲਾਕਡਾਊਨ ਕਰਕੇ ਜਾਂ ਕਿਸੇ ਹੋਰ ਵਜ੍ਹਾ ਕਰਕੇ ਕੋਈ ਰਿਆਇਤ ਦਿੱਤੀ ਜਾ ਰਹੀ ਹੈ ਕਿ ਕੋਈ ਹੋਰ ਕਹਾਣੀ ਹੈ? ਨਹੀਂ, ਤੁਸੀਂ ਇਸ ਚੀਜ਼ ਨੂੰ ਸਾਰੇ ਦਰਸ਼ਕਾਂ ਨੂੰ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ, ਕਦੀ ਵੀ ਇੱਦਾਂ ਦੀਆਂ ਚੀਜ਼ਾਂ ਤੁਸੀਂ ਨਹੀਂ ਫਸੋ। ਉਹਨਾਂ ਨੇ ਲਿਖਿਆ ਹੋਏਗਾ ਕੋਰਸ ਤੁਸੀਂ ਦੇਖ ਰਹੇ ਹੋ, ਜਿਹੜੇ ਸਾਡੇ ਟਵਿੱਟਰ ਹੈਂਡਲ ਨੇ, ਇੰਸਟਾਗ੍ਰਾਮ ਹੈਂਡਲ ਨੇ ਜਾਂ ਫੇਸਬੁੱਕ ਹੈਂਡਲਸ ਨੇ, ਉਹਨਾਂ ਦੇ ਅੰਦਰ ਤੁਸੀਂ ਜਾ ਕੇ ਦੇਖੋਗੇ ਤਾਂ ਤੁਹਾਨੂੰ ਡੇਲੀ ਹਰ ਰੋਜ਼ ਇੱਦਾਂ ਦੀਆਂ ਐਡਵਰਟਾਈਜ਼ਮੈਂਟ ਮਿਲਣਗੀਆਂ ਕਿ 400 ਰੁਪਏ ਦਾ ਕੋਰਸ, 300 ਰੁਪਏ ਦਾ ਕੋਰਸ, ਫ੍ਰੀ ਸਰਟੀਫਿਕੇਸ਼ਨ। ਇਹ ਸਭ ਕੁਝ ਫਰੋਡ ਹੈ। ਉਹਦਾ ਕਾਰਨ ਇਹ ਹੈ ਕਿ ਉਹ ਕੀ ਕਰਦੇ ਨੇ, ਤੁਹਾਡੇ ਕੋਲ ਉਹ ਲੌਗਇਨ ਕਰਾ ਕੇ ਤੁਹਾਡੀ ਜਿਹੜੀ ਅਕਾਊਂਟ ਡਿਟੇਲ ਹੈ ਉਹ ਸਾਰੀ ਤੁਹਾਡੇ ਕੋਲੋਂ ਪੁੱਛ ਲੈਂਦੇ ਨੇ। ਉਸ ਤੋਂ ਬਾਅਦ ਉਹ ਤੁਹਾਡੇ ਅਕਾਊਂਟ ਨੂੰ ਐਕਸੈਸ ਕਰਦੇ ਨੇ। ਔਰ ਕਈ ਵਾਰ ਇੱਦਾਂ ਦੀਆਂ ਐਗਜ਼ਾਮਪਲ ਸਾਹਮਣੇ ਆਈਆਂ ਨੇ ਜਿਹਦੇ 'ਚ ਫਰੋਡ ਹੋਏ ਨੇ, ਜੋ ਤੁਸੀਂ ਸਰ ਕਹਿ ਰਹੇ ਹੋ ਕਿ ਇੱਦਾਂ ਹੋ ਰਿਹਾ। ਤੁਸੀਂ ਇਹ ਚੀਜ਼ਾਂ ਨੂੰ ਨਾ ਫੋਲੋ ਕਰੋ, ਤੁਸੀਂ ਆਪਣੇ ਟੀਚਰ ਨਾਲ ਕੰਸਲਟ ਕਰੋ। ਜ਼ਰੂਰੀ ਨਹੀਂ ਹੈ 300 ਵਾਲੀ ਚੀਜ਼ ਜਿਹੜੀ ਆ ਉਹ ਫ੍ਰੀ 'ਚ ਮਿਲ ਰਹੀ ਆ ਬਹੁਤ ਹੀ ਵਧੀਆ ਹੋਏਗੀ। ਇਸ ਚੀਜ਼ ਨੂੰ ਸਮਝਣਾ ਜ਼ਰੂਰੀ ਹੈ ਸਾਡੇ ਲਈ, ਕਿਉਂਕਿ ਆਨਲਾਈਨ ਇੱਦਾਂ ਦਾ ਸਿਸਟਮ ਹੈ ਜਿੱਥੇ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਕਿਹੜਾ ਬੰਦਾ ਕੀ ਕਰ ਰਿਹਾ। ਕਈ ਯੂਨੀਵਰਸਿਟੀਜ਼, ਕਈ ਕਾਲਜਸ ਇੱਦਾਂ ਦੇ ਨੇ ਜਿਹੜੇ ਆਨਲਾਈਨ ਅਵੇਲੇਬਲ ਨੇ ਲੇਕਿਨ ਐਗਜ਼ਿਸਟੈਂਸ ਉਹਨਾਂ ਦੀ ਹੈ ਹੀ ਨਹੀਂ ਹੈ। ਸਭ ਤੋਂ ਪਹਿਲਾਂ ਤੁਸੀਂ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦੇ ਬਾਰੇ ਪਤਾ ਕਰਨਾ, ਉਹਦੀ ਯੂਨੀਵਰਸਿਟੀ ਜਾਓ। ਇੱਕ ਬਹੁਤ ਇੰਪੋਰਟੈਂਟ ਚੀਜ਼ ਮੈਂ ਦੱਸਣੀ ਚਾਹੂੰਗਾ, ਉਹਨਾਂ ਦੀ ਵੈਬਸਾਈਟ ਜਦੋਂ ਤੁਸੀਂ ਓਪਨ ਕਰਦੇ ਹੋ ਉੱਥੇ ਇੱਕ ਲਿਖਿਆ ਹੁੰਦਾ ਆ HTTPS। ਇਹ ਦੇਖਣਾ ਆ ਕਿ ਉਹ ਲਿਖਿਆ ਹੋਇਆ ਕਿ ਨਹੀਂ, ਕਿਉਂਕਿ ਜਿੰਨੇ ਵੀ HTTPS ਪ੍ਰੋਟੋਕੋਲਸ ਫੋਲੋ ਹੁੰਦੇ ਨੇ ਸਿਕਿਉਰ ਪ੍ਰੋਟੋਕੋਲਸ ਨੇ। ਕਈ ਵੈਬਸਾਈਟਸ ਜਿਹੜੀਆਂ ਨੇ ਉਹ ਇਹਨੂੰ ਫੋਲੋ ਕਰਦੀਆਂ ਨੇ, ਇਸ ਕਰਕੇ ਤੁਸੀਂ ਕਿੱਦਾਂ ਲੱਭ ਸਕਦੇ ਹੋ ਕਿ ਉਹ ਜੈਨੂਇਨ ਹੈ। ਉਹਦੇ ਲਈ ਪ੍ਰੋਟੋਕੋਲਸ ਨੂੰ ਫੋਲੋ ਕਰੋ, ਆਨਲਾਈਨ ਗਾਈਡਲਾਈਨਸ ਜਿਹੜੀਆਂ ਨੇ ਉਹਨੂੰ ਫੋਲੋ ਕਰੋ। ਲੇਕਿਨ ਇੰਨੇ ਸਸਤੇ ਜਾਂ 400-300 ਰੁਪਏ ਬਿਲਕੁਲ ਨਾ ਫਸੋ, ਕਿਉਂਕਿ ਇੱਕ ਹੋਰ ਚੀਜ਼ ਦੱਸ ਰਿਹਾ, ਪੈਸੇ ਲੈਣ ਤੋਂ ਬਾਅਦ ਵੀ ਉਹ ਤੁਹਾਨੂੰ ਕੰਟੈਂਟ ਨਹੀਂ ਦਿੰਦੇ। ਹੁੰਦਾ ਕਈ ਵਾਰੀ ਲੌਗਇਨ ਕਰਦੇ, ਪੇਮੈਂਟ ਵੀ ਕਰਦੇ ਨੇ, ਪਰ ਬਾਅਦ ਚ ਜਾ ਕੇ ਦੇਖਦੇ ਉੱਥੇ ਕੋਈ ਹੈ ਹੀ ਨਹੀਂ ਜੀ। ਔਰ ਕੰਟੈਂਟ ਹੋਣ ਦੇ ਬਾਵਜੂਦ ਉਹ ਕੰਟੈਂਟ ਉਹ ਨਹੀਂ ਹੈ ਜਿਹੜੇ ਤੁਹਾਡੇ ਕੰਮ ਦੇ ਨੇ। ਬਿਲਕੁਲ, ਤੁਸੀਂ ਬਹੁਤ ਅੱਛੀ ਜਾਣਕਾਰੀ ਦੇ ਰਹੇ ਹੋ ਔਰ ਜਾਣਕਾਰੀ ਦੇ ਨਾਲ ਨਾਲ ਮਨੋਰੰਜਨ ਵੀ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਸਾਡਾ ਗੱਲਾਂ ਤੇ ਗੀਤ ਹੈ ਤੇ ਵੇਖਦੇ ਹਾਂ ਜੀ ਇਹ ਖੂਬਸੂਰਤ ਜਿਹਾ ਗੀਤ, ਫਿਰ ਤੋਂ ਗੱਲਾਂ ਕਰਾਂਗੇ, ਜਾਣਕਾਰੀ ਪ੍ਰਾਪਤ ਹਾਸਿਲ ਕਰਾਂਗੇ। ਹੌਲੀ ਹੌਲੀ ਪੌੜੀਆਂ ਤੇ ਚੜ੍ਹਨਾ ਸਿਖਾਇਆ ਅਸੀਂ
ਤੈਨੂੰ ਲਿਖਣਾ ਤੇ ਪੜ੍ਹਨਾ ਸਿਖਾਇਆ ਹੌਲੀ ਹੌਲੀ ਪੌੜੀਆਂ ਤੇ ਚੜ੍ਹਨਾ ਸਿਖਾਇਆ ਤੂੰ ਚੜ੍ਹ ਕੇ ਉਹ ਆਕਾਸ਼ ਵੇ ਹੁਣ ਤੈਨੂੰ ਕੀ ਆਖਾਂ ਫੇਲ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ ਫੇਲ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ ਸਾਡੀਆਂ ਹੀ ਬਿੱਲੀਆਂ ਮਿਆਉ ਸਾਨੂੰ ਕਹਿੰਦੀਆਂ ਉਂਗਲੀ ਫੜਾਈ ਜਦੋਂ ਪਹੁੰਚਾ ਫੜ ਲੈਂਦੀਆਂ ਸਾਡੀਆਂ ਹੀ ਬਿੱਲੀਆਂ ਮਿਆਉ ਸਾਨੂੰ ਕਹਿੰਦੀਆਂ ਉਂਗਲੀ ਫੜਾਈ ਜਦੋਂ ਪਹੁੰਚਾ ਫੜ ਲੈਂਦੀਆਂ ਸਾਰਾ ਮਿੱਠੀਆਂ ਤੇ ਅੰਦਰੋਂ ਖਟਾਸ ਸਾਰਾ ਮਿੱਠੀਆਂ ਤੇ ਅੰਦਰੋਂ ਖਟਾਸ ਹੁਣ ਤੈਨੂੰ ਕੀ ਆਖਾਂ ਫੇਲ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ ਫੇਲ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ ਸਾਡੇ ਕੋਲ ਖੰਜਰੀ ਕਿੰਨਾ ਚਿਰ ਵੇਖਾਂਗੇ ਕਲੋਲ ਕਰੂ ਕੰਜਰੀ ਤੇਰੇ ਕੋਲ ਤਾਨਪੁਰੇ ਸਾਡੇ ਕੋਲ ਖੰਜਰੀ ਕਿੰਨਾ ਚਿਰ ਵੇਖਾਂਗੇ ਕਲੋਲ ਕਰੂ ਕੰਜਰੀ ਕਦੇ ਭੁੱਲੀਏ ਨਾ ਆਪਣੀ ਔਕਾਤ ਕਦੇ ਭੁੱਲੀਏ ਨਾ ਆਪਣੀ ਔਕਾਤ ਹੁਣ ਤੈਨੂੰ ਕੀ ਆਖਾਂ ਫੇਲ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ ਫੇਲ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ ਚੱਟੀ ਆਇਆ ਆਈ ਤੇ ਸੁਹਾਗੇ ਉੱਤੇ ਮਾਣ ਨਹੀਂ ਲੰਘ ਜਾਵੇ ਹਾਥੀ ਨਹੀਂ ਤੇ ਪੂਛ ਦਿੰਦਾ ਜਾਣ ਨਹੀਂ ਚੱਟੀ ਆਇਆ ਆਈ ਤੇ ਸੁਹਾਗੇ ਉੱਤੇ ਮਾਣ ਨਹੀਂ ਲੰਘ ਜਾਵੇ ਹਾਥੀ ਨਹੀਂ ਤੇ ਪੂਛ ਦਿੰਦਾ ਜਾਣ ਨਹੀਂ ਅਸੀਂ ਹੁੰਨੇ ਆ ਗੁਰਾਂ ਦੇ ਦਾਸ ਅਸੀਂ ਹੁੰਨੇ ਆ ਗੁਰਾਂ ਦੇ ਦਾਸ ਵੇ ਹੁਣ ਤੈਨੂੰ ਕੀ ਆਖਾਂ ਫੇਲ ਕਮਾ ਕੇ ਤੈਨੂੰ ਪਾਸ ਹੁਣ ਤੈਨੂੰ ਕੀ ਆਖਾਂ ਮੁੜ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਤੇ ਅੱਜ ਦਾ ਵਿਸ਼ਾ ਹੈ ਜੀ ਆਨਲਾਈਨ ਐਜੂਕੇਸ਼ਨ ਸਿਸਟਮ ਔਰ ਸ਼੍ਰੀ ਮਨੋਜ ਕੁਮਾਰ ਜੀ ਸਾਡੇ ਨਾਲ ਸ਼ਾਮਿਲ ਨੇ ਜੀ ਤੁਸੀਂ ਗੱਲ ਦੱਸ ਰਹੇ ਸੀਗੇ ਜਿਸ ਤਰ੍ਹਾਂ ਆਪਾਂ ਫਰਾਡ ਦੀ ਗੱਲ ਕਰ ਰਹੇ ਸੀਗੇ ਜਾਂ ਆਨਲਾਈਨ ਐਜੂਕੇਸ਼ਨ ਦੇ ਵਿੱਚ ਲੌਗਇਨ ਕੀਤਾ ਪੇਮੈਂਟ ਦਿੱਤੀ ਲੇਕਿਨ ਜਾ ਕੇ ਦੇਖਦੇ ਹਾਂ ਕਿ ਉੱਥੇ ਕੋਈ ਇਸ ਤਰ੍ਹਾਂ ਦੀ ਯੂਨੀਵਰਸਿਟੀ ਕੋਈ ਚੀਜ਼ ਮੌਜੂਦ ਹੀ ਨਹੀਂ ਹੈ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਪਹਿਲਾਂ ਪਤਾ ਕਰਨਾ ਚਾਹੀਦਾ ਕਿ ਵਾਕਈ ਕੋਈ ਹੈ ਕਿ ਨਹੀਂ ਹੈ ਪਰ ਕਈ ਐਸੇ ਵੀ ਯੂਨੀਵਰਸਿਟੀਆਂ ਕਈ ਐਸੇ ਵੀ ਸੰਸਥਾਵਾਂ ਨੇ ਜਿਹੜੀਆਂ ਵਾਕਈ ਦੇ ਵਿੱਚ ਫਿਜ਼ੀਕਲ ਐਗਜ਼ਿਸਟੈਂਸ ਨਹੀਂ ਰੱਖਦੀਆਂ ਲੇਕਿਨ ਉਹ ਆਪਣਾ ਕੰਮ ਕਰਵਾ ਰਹੀਆਂ ਨੇ ਕਿ ਉਹਨਾਂ ਕੋਲੋਂ ਕੋਰਸਿਸ ਕਰਨੇ ਚਾਹੀਦੇ ਨੇ ਜਾਂ ਉੱਥੇ ਵੀ ਇਹੀ ਪੁੱਛਿਆ ਕਿ ਪੈਸੇ ਭਰੇ ਜਾਂ ਸਸਤੇ ਰੇਟ ਵਾਲੀ ਤਾਂ ਗੱਲ ਹੋ ਗਈ ਵੱਖਰੀ ਕਿ 6000 ਦਾ ਕੋਰਸ ਹੈ ਤਾਂ 300 ਚ ਕਰਾ ਰਹੇ ਨੇ ਉਹ ਤਾਂ ਚਲੋ ਵੱਖਰੀ ਕਹਾਣੀ ਹੈਗੀ ਸਮਝ ਆ ਗਈ ਪਰ ਕਿਸੇ ਵੇਲੇ ਉਹਦੇ ਨਾਲ ਮਿਲਦੀ ਜੁਲਦੀ ਸਾਈਟ ਬਣਾ ਦਿੰਦੇ ਨੇ ਜਾਂ ਵਾਕਈ ਉਹ ਸਾਈਟ ਸਹੀ ਹੈ ਕਿ ਨਹੀਂ ਹੈ ਸਾਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਜੋ ਫਿਜ਼ੀਕਲ ਨਹੀਂ ਐਗਜ਼ਿਸਟੈਂਟ ਕਰਦੀ ਨਹੀਂ ਹੈਗੀ ਹੋਂਦ 'ਚ ਮੌਜੂਦ ਨਹੀਂ ਹੈਗੀ ਤੇ ਕੀ ਵਾਕਈ ਇਸ ਤਰ੍ਹਾਂ ਦਾ ਕੋਈ ਘਪਲਾ ਕਰ ਰਹੀ ਹੈ? ਇਹਦੇ ਲਈ ਦੋ ਚੀਜ਼ਾਂ ਨੇ ਇੱਕ ਤਾਂ ਸਭ ਤੋਂ ਪਹਿਲਾਂ ਬੱਚੇ ਨੂੰ ਕੁਝ ਸਬਜੈਕਟਸ ਨੂੰ ਪੜ੍ਹਨਾ ਪਏਗਾ ਜੀ ਜਿੱਦਾਂ ਵੈਬ ਡਿਜ਼ਾਈਨਿੰਗ ਜੀ ਵੈਬ ਡਿਵੈਲਪਮੈਂਟ ਵੈਬ ਡਿਜ਼ਾਈਨਿੰਗ ਦੇ ਵਿੱਚ ਕੀ ਆਉਂਦਾ ਹੈ ਕਿ ਵੈਬਸਾਈਟ ਬਣਦੀਆਂ ਕਿੱਦਾਂ ਹੁਣ ਇੱਕ ਜਿਹੜਾ ਬੱਚਾ ਵੈਬਸਾਈਟ ਡਿਵੈਲਪਮੈਂਟ ਔਰ ਡਿਜ਼ਾਈਨਿੰਗ ਸਿੱਖ ਲੇਗਾ ਚਾਹੇ ਉਹ ਆਨਲਾਈਨ ਸਿੱਖੇ ਜਾਂ ਚਾਹੇ ਉਹ ਕਿਸੇ ਫਿਜ਼ੀਕਲ ਆਨਲਾਈਨ ਮੋਡ ਤੇ ਜਾ ਕੇ ਆਫਲਾਈਨ ਸਿੱਖੇ ਚਾਹੇ ਉਹ ਘਰ ਬੈਠਾ ਵੀ ਸਿੱਖੇ ਇਹਦੇ ਲਈ ਉਹਨੂੰ ਕਿਸੇ ਜਾਣ ਦੀ ਲੋੜ ਨਹੀਂ ਕਿਸੇ ਟੀਚਰ ਕੋਲ ਜਾਣ ਦੀ ਲੋੜ ਨਹੀਂ ਜਾਂ ਅਗਰ ਤੁਸੀਂ ਕਹੋ ਕਿ ਅਗਰ ਵੈਬ ਡਿਜ਼ਾਈਨਿੰਗ ਉਹਨੇ ਕਰਨੀ ਹੈ ਤੇ ਉਹਦੇ ਲਈ ਕਿਸੇ ਇੰਸਟੀਟਿਊਸ਼ਨ ਜੁਆਇਨ ਦੀ ਲੋੜ ਹੈ ਨਹੀਂ ਕਈ ਵੈਬਸਾਈਟਸ ਇਦਾਂ ਦੀਆਂ ਨੇ ਜਿਹੜੀਆਂ ਤੁਹਾਨੂੰ ਇਹ ਸਾਰੇ ਕੰਟੈਂਟ ਪ੍ਰੋਵਾਈਡ ਕਰਦੀਆਂ ਨੇ ਕਿ ਵੈਬਸਾਈਟ ਕਿੱਦਾਂ ਬਣਦੀ ਹੈ ਜਦੋਂ ਤੁਸੀਂ ਵੈਬਸਾਈਟ ਬਣਾਉਣੀ ਹੈ ਸਿੱਖ ਗਏ ਫਿਰ ਤੁਹਾਨੂੰ ਇਹ ਸਮਝ ਆ ਜਾਏਗੀ ਕਿ ਇਹ ਵੈਬਸਾਈਟ ਜੈਨੂਅਨ ਹੈ ਉਹਨੂੰ ਪਤਾ ਲੱਗਣ ਲੱਗ ਪਏਗਾ ਉਸ ਬੱਚੇ ਨੂੰ ਪਹਿਲਾਂ ਤਾਂ ਇਹ ਰੀਜ਼ਨ ਆਪਾਂ ਫੋਲੋ ਕਰ ਸਕਦੇ ਹਾਂ ਦੂਸਰਾ ਰੀਜ਼ਨ ਆਪਾਂ ਕਿੱਦਾਂ ਫੋਲੋ ਕਰਨਾ ਕਿ ਉਹ ਜੈਨੂਅਨ ਹੈ ਕਿ ਨਹੀਂ ਹੈ ਉਹਦੇ ਲਈ ਸਾਡੀਆਂ ਗਾਈਡਲਾਈਨਸ ਨੇ ਗਵਰਨਮੈਂਟ ਆਫ ਇੰਡੀਆ ਦੀਆਂ ਉਹ ਗਾਈਡਲਾਈਨਸ ਨੂੰ ਪੜ੍ਹੋ ਕਿ ਕਿਹੜੀਆਂ ਅਥੈਂਟਿਕ ਵੈਬਸਾਈਟ ਅਥੈਂਟਿਕ ਇੰਸਟੀਟਿਊਸ਼ਨ ਜਿਹਨੂੰ ਅਸੀਂ ਪ੍ਰਮਾਣਿਕ ਬੋਲ ਸਕਦੇ ਹਾਂ ਇਹ ਤੁਸੀਂ ਜਾ ਕੇ ਇੰਟਰਨੈਟ ਤੇ ਦੇਖੋ
ਆਨਲਾਈਨ ਸਿਸਟਮ ਨੂੰ ਫੋਲੋ ਕਰੋ ਕਿ ਕਿਹੜੀ ਗਵਰਨਮੈਂਟ ਆਫ ਇੰਡੀਆ ਸਾਨੂੰ URLs ਬੋਲਦੇ ਨੇ, ਉਹ URL ਨੂੰ ਹੀ ਤੁਸੀਂ ਫੋਲੋ ਕਰੋ, ਬਾਕੀਆਂ ਨੂੰ ਫੋਲੋ ਨਹੀਂ ਕਰੋ। ਇਹ ਗਾਈਡਲਾਈਨ ਬਾਰੇ ਸਾਨੂੰ ਜਾਣਕਾਰੀ ਕਿੱਥੋਂ ਜ਼ਿਆਦਾ? ਇੰਟਰਨੈਟ ਤੋਂ ਮਿਲ ਜਾਏਗੀ। ਜਿੱਦਾਂ ਗੂਗਲ ਹੈ, ਤੁਸੀਂ ਗੂਗਲ 'ਚ ਜਾਓ, ਸਰਚ ਇੰਜਨ ਹੈ, ਉਹਨਾਂ ਸਰਚ ਇੰਜਨ ਦੇ ਵਿੱਚ ਜਾ ਕੇ ਤੁਸੀਂ ਗੂਗਲ ਦੇ ਸਰਟੀਫਿਕੇਟ ਕਰੋ, ਗੂਗਲ ਸਰਟੀਫਿਕੇਸ਼ਨ ਲਈ ਜਾਓ, ਉਹ ਜੈਨੂਇਨ ਹੋਏਗੀ ਜੀ, ਉਹ ਕਦੇ ਵੀ ਤੁਹਾਨੂੰ ਗਲਤ ਸਰਟੀਫਿਕੇਟ ਨਹੀਂ ਦੇਣਗੇ। ਸੋ ਇਦਾਂ ਦੀਆਂ ਕਈ ਵੈਬਸਾਈਟਸ ਨੇ ਜਿੱਥੇ ਤੁਸੀਂ ਜਾ ਸਕਦੇ ਹੋ ਜੀ। ਮੋਬਾਈਲ ਤੇ ਕੰਪਿਊਟਰ ਦੇ ਇਸਤੇਮਾਲ ਕਰਦਿਆਂ ਸਾਨੂੰ ਹੋਰ ਕਿਹੜੀ ਸੇਫਟੀ ਤੇ ਸਿਕਿਉਰਿਟੀ ਦੀ ਜ਼ਰੂਰਤ ਹੈ? ਬਹੁਤ ਜ਼ਿਆਦਾ ਸੇਫਟੀ ਦੀ ਲੋੜ ਹੈ ਜੀ, ਕਿਉਂਕਿ ਤੁਸੀਂ ਅਗਰ ਤਾਂ ਇੱਕ ਕੰਪਿਊਟਰ ਨੂੰ ਇੱਕ ਘਰ 'ਚ ਇੱਕ ਮਸ਼ੀਨ ਇੱਕ ਜਗ੍ਹਾ ਤੇ ਪਈ ਆ, ਕੋਈ ਟੈਨਸ਼ਨ ਨਹੀਂ, ਲੇਕਿਨ ਜਦੋਂ ਉਹ ਇੰਟਰਨੈਟ ਨਾਲ ਜੁੜ ਗਈ, ਇਟ ਮੀਨਸ ਤੁਸੀਂ ਪੂਰੇ ਵਰਲਡ ਨਾਲ ਜੁੜ ਗਏ। ਪੂਰਾ ਵਰਲਡ, ਇਟ ਮੀਨਸ ਤੁਸੀਂ ਕਿਸੇ ਵੀ ਬੰਦੇ ਨੂੰ ਆਪਣੀ ਮਸ਼ੀਨ 'ਚ ਐਂਟਰ ਕਰਨ ਦਾ ਮੌਕਾ ਦੇ ਸਕਦੇ ਹੋ, ਜਿਹਨੂੰ ਅਸੀਂ ਹੈਕਰਸ ਬੋਲਦੇ ਆ। ਹੁਣ ਤੁਸੀਂ ਕਰਨਾ ਕੀ ਆ, ਇਹ ਗੱਲਾਂ ਨੂੰ ਧਿਆਨ ਰੱਖਣ ਵਾਲੀ ਗੱਲ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣੀ ਮਸ਼ੀਨ ਤੇ ਇੱਕ ਵਧੀਆ ਐਂਟੀਵਾਇਰਸ ਇੰਟਰੋਡਿਊਸ ਕਰੋ, ਇੰਸਟਾਲ ਕਰੋ, ਉਹਨੂੰ ਫਾਇਰਵਾਲ ਇੰਟਰੋਡਿਊਸ ਕਰੋ। ਉਸ ਤੋਂ ਬਾਅਦ ਯੂਜ਼ਰ ਨੇਮ ਪਾਸਵਰਡ ਜਿਹੜੇ ਨੇ ਉਹ ਕੰਪਲੈਕਸ ਹੋਣੇ ਚਾਹੀਦੇ। ਕੰਪਲੈਕਸ ਦਾ ਮਤਲਬ ਛੋਟੇ ਬੜੇ ਕਰੈਕਟਰਸ, ਨੰਬਰਸ, ਇਦਾਂ ਦੇ ਕਈ ਥੋੜੇ ਔਖੇ ਜਿਹੇ ਹੋਣੇ ਚਾਹੀਦੇ, ਔਰ ਇੱਕ ਇੰਟਰਵਲ ਤੇ ਜਿੱਦਾਂ 5 ਦਿਨਾਂ ਬਾਅਦ 7 ਦਿਨਾਂ ਬਾਅਦ ਉਹਨੂੰ ਚੇਂਜ ਕਰਦੇ ਰਹੋ। ਕਦੀ ਵੀ ਸਟੇਬਲ ਯੂਜ਼ਰ ਨੇਮ ਪਾਸਵਰਡ ਜਿਹੜੇ ਆ ਤੁਸੀਂ ਪਾਸਵਰਡ ਨਾ ਰੱਖੋ। ਉਸ ਤੋਂ ਬਾਅਦ ਐਂਟੀ ਮਾਲਵੇਅਰਸ ਇੰਟਰੋਡਿਊਸ ਕਰੋ। ਉਸ ਦੇ ਨਾਲ ਤੁਸੀਂ ਆਪਣੇ ਜਿਸ ਡਿਵਾਈਸ ਤੇ ਤੁਸੀਂ ਐਕਸੈਸ ਕਰ ਰਹੇ ਹੋ ਇੰਟਰਨੈਟ, ਉੱਤੇ ਆਪਣੇ ਸਿਕਿਉਰਿਟੀ ਪਾਸਵਰਡਸ, ਕੰਟੈਕਟਸ, ਪਿਕਚਰਸ, ਜਾਂ ਜਿੱਦਾਂ ਆਪਣਾ ਨਾਰਮਲੀ ਆਪਾਂ ਕਰ ਕੀ ਰਹੇ ਹਾਂ ਆਨਲਾਈਨ ਸਿਸਟਮ ਦੇ ਨਾਲ ਅਸੀਂ ਆਪਣਾ ਬੈਂਕਿੰਗ ਸਿਸਟਮ ਵੀ ਆਨਲਾਈਨ ਕਰਨ ਲਈ ਮੋਬਾਈਲਸ ਜਾਂ ਕੰਪਿਊਟਰ ਯੂਜ਼ ਕਰ ਰਹੇ ਹਾਂ। ਸਾਡੇ ਉਹ ਸਾਰੇ ਦੇ ਸਾਰੇ ਕ੍ਰੈਡੈਂਸ਼ੀਅਲਸ ਹੈਕਰ ਹੈਕ ਕਰ ਸਕਦੇ ਨੇ, ਤੇ ਉਹਨਾਂ ਲਈ ਸਾਨੂੰ ਉਹਨਾਂ ਨੂੰ ਸਿਕਿਉਰ ਕਰਨ ਲਈ ਪਾਸਵਰਡਸ ਜ਼ਰੂਰ ਯੂਜ਼ ਕਰਨੇ ਚਾਹੀਦੇ ਆ। ਅਦਰਵਾਈਜ਼ ਕੋਈ ਵੀ ਸਾਡੀ ਮਸ਼ੀਨ, ਕੋਈ ਵੀ ਸਾਡਾ ਮੋਬਾਈਲ ਹੈਕ ਕਰ ਸਕਦਾ। ਇੱਕ ਟਰਮ ਆਉਂਦੀ ਹੈ ਜੀ ਫਿਸ਼ਿੰਗ, ਮਾਲਵੇਅਰ ਦੀ ਤੁਸੀਂ ਦੱਸੀ ਹੈ, ਫਿਸ਼ਿੰਗ ਦੱਸੀ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਬਿਲਕੁਲ ਜੀ, ਇਹ ਉਹ ਟਰਮਸ ਨੇ ਜਿਹਦੇ ਵਿੱਚ ਤੁਸੀਂ ਕਿਸੇ ਨੂੰ ਵੀ, ਜਿੱਦਾਂ ਹੁਣ ਤੁਸੀਂ ਕਾਲਸ ਵੀ ਰਿਸੀਵ ਕਰਦੇ ਹੋਣੇ ਆ, ਕਈ ਕਾਲਸ ਸਾਨੂੰ ਮੋਬਾਈਲ 'ਤੇ ਆਉਂਦੀਆਂ ਨੇ ਕਿ ਅਸੀਂ ਤੁਹਾਨੂੰ, ਤੁਸੀਂ ਅੱਜ ਲੋਟਰੀ ਤੁਹਾਡੀ ਨਿਕਲੀ ਆ, ਜਾਂ ਉਹ ਕੀ ਕਰਦੇ ਨੇ, ਇੱਕ ਐਪਲੀਕੇਸ਼ਨ ਡਿਵੈਲਪ ਕਰਦੇ ਨੇ, ਡਿਟੋ ਐਪਲੀਕੇਸ਼ਨਸ। ਤੁਸੀਂ ਯੂਜ਼ਰ ਨੇ ਪਾਸਵਰਡ ਫੇਸਬੁੱਕ ਖੋਲ ਲਓ ਜਾਂ ਕੋਈ ਟਵਿੱਟਰ ਖੋਲ ਲਓ, ਤੁਸੀਂ ਯੂਜ਼ਰ ਨੇ ਫੇਸਬੁੱਕ ਖੋਲਿਆ, ਉਹਨਾਂ ਨੇ ਸੇਮ URL ਰੀਡਾਇਰੈਕਟ ਤੁਹਾਡੇ URL ਨੂੰ ਕਰ ਦੇਣਾ। ਤੁਸੀਂ ਕਰਨਾ ਕਿ ਫੇਸਬੁੱਕ 'ਚ ਲੌਗਇਨ ਕੀਤਾ, ਪਰ ਤੁਸੀਂ ਐਕਚੁਅਲ 'ਚ ਉਹਨਾਂ ਦੇ ਅਕਾਊਂਟ 'ਚ ਜਾ ਕੇ ਉਹ ਐਕਸੈਸ ਕਰ ਦੇਣਾ। ਤੇ ਉਹਦੇ ਨਾਲ ਕੀ ਹੋਇਆ, ਤੁਹਾਡਾ ਸਾਰਾ ਯੂਜ਼ਰ ਨੇਮ ਔਰ ਪਾਸਵਰਡ ਉਹਨਾਂ ਕੋਲ ਚਲੇ ਜਾਣਾ। ਮਲਿਕ ਸਾਹਿਬ ਜੀ ਕਹਿ ਸਕਦੇ ਵੀ ਨਕਲ ਮਾਰ ਲੈਂਦੇ ਨੇ, ਨਕਲ ਮਾਰਦੇ ਨੇ, ਤੁਹਾਡਾ ਸਾਰਾ ਡਾਟਾ ਉਹਨਾਂ ਨੇ ਗ੍ਰੈਬ ਕਰ ਲੈਣਾ। ਨਕਲ ਮੈਨੂੰ ਲੱਗਦਾ ਸ਼ਿਵਾ ਜੀ ਤੁਸੀਂ ਸਕੂਲ 'ਚ ਬਹੁਤ ਮਾਰੀ ਹੈ। ਨਹੀਂ, ਵੈਸੇ ਮੈਂ ਮਾਰੀ ਨਹੀਂ, ਪਰ ਕਦੀ ਕਦੀ ਸੋਚਦਾ ਸੀ, ਤਰੀਕੇ ਲੱਭਦਾ ਸੀ, ਪਰ ਤਰੀਕੇ ਚੱਲੇ ਨਹੀਂ ਜੀ। ਖੈਰ ਗੱਲ ਇਸ ਕਰਕੇ ਆ ਰਹੀ ਸਰ ਕਿ ਨਕਲ ਜੀ, ਅਸੀਂ ਦੇਖਦੇ ਹਾਂ ਕਿ ਜਦੋਂ ਕਲਾਸ ਲੱਗੀ ਹੁੰਦੀ ਸੀਗੀ ਉਦੋਂ ਬੱਚੇ ਪੇਪਰ ਦਿੰਦੇ ਸੀਗੇ ਨਾ, ਚਲੋ ਨਕਲ ਦੇ ਤਰੀਕੇ ਕੀ ਸੀ ਅਸੀਂ ਉਹ ਗੱਲ ਨਹੀਂ ਕਰ ਰਹੇ, ਫਿਰ ਵੀ ਬੱਚਾ ਡਰਦਾ ਸੀ ਕਿ ਟੀਚਰ ਘੁੰਮ ਰਿਹਾ। ਈਵਨ ਜਦੋਂ ਪੇਪਰ ਹੋ ਰਿਹਾ, ਐਗਜ਼ਾਮ ਦੇ ਰਹੇ ਹੈ, ਤੇ ਇੱਕ ਉਹਨੂੰ ਡਰ ਹੁੰਦਾ ਸੀ ਪੇਪਰ ਕਰਦੇ ਨੇ ਵੀ ਟੀਚਰ ਉੱਤੇ ਖੜਾ ਦੇਖ ਨਾ ਰਿਹਾ ਹੋਵੇ। ਅੱਜ ਕੱਲ ਹੋਰ ਹਾਈਟੈਕ ਕੰਮ ਆ ਗਿਆ ਜੀ, ਕੈਮਰੇ ਲੱਗੇ, ਕਈ ਚੀਜ਼ਾਂ ਆ ਗਈਆਂ, ਬਟ ਆਨਲਾਈਨ ਐਜੂਕੇਸ਼ਨ ਦੇ ਵਿੱਚ ਕੀ ਇਹ ਚੀਜ਼ ਨਹੀਂ ਹੋ ਸਕਦੀ ਵੀ ਕੰਪਿਊਟਰ ਜਾਂ ਮੋਬਾਈਲ ਸਾਹਮਣੇ ਹੈ ਤੇ ਉਹਦੇ ਵਿੱਚ ਬੈਠਾ ਜਿਹੜਾ ਪੇਪਰ ਦੇ ਰਿਹਾ ਜਾਂ ਕੁਝ ਐਗਜ਼ਾਮ ਦੇ ਰਿਹਾ, ਇਵਨ ਬੱਚੇ ਵੀ ਦੱਸ ਰਹੇ ਤੇ ਮਾਂ ਪਿਓ ਜਿਹੜੇ ਪਿੱਛੇ ਖੜੇ ਇਸ਼ਾਰੇ ਕਰੀ ਜਾਂਦੇ ਹੁੰਦੇ, 2 ਬੋਲ 4 ਬੋਲ ਇਹ ਕਰ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇਹ ਬਹੁਤ, ਇਹ ਜਿਹੜੀ ਚੀਜ਼ ਪ੍ਰਚਲਿਤ ਹੋਈ ਆ ਆਨਲਾਈਨ 'ਚ ਬਹੁਤ ਜ਼ਿਆਦਾ ਹੋਇਆ ਕਿ ਬੱਚਿਆਂ ਦੇ ਜਿਨ੍ਹਾਂ ਦੇ ਨੰਬਰ 40-50 ਆ ਰਹੇ ਸੀਗੇ ਉਹ 90 ਤੱਕ ਪਹੁੰਚ ਗਏ। ਟੀਚਰ ਵੀ ਸੋਚ ਰਹੇ ਨੇ ਤਾਂ ਕਿੱਦਾਂ ਹੋ ਗਿਆ, ਬਟ ਉਹ ਕੁਝ ਕਰ ਨਹੀਂ ਪਾਏ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੋਵਿਡ ਹੈਗਾ, ਅਸੀਂ ਵੀ ਨਹੀਂ ਪੜ੍ਹਾਇਆ, ਕੁਝ ਟੀਚਰਸ ਨੇ ਪੜ੍ਹਾਇਆ ਵੀ ਨਹੀਂ ਹੈ। ਬਟ ਇਹਦਾ ਇੱਕ ਸੋਲੂਸ਼ਨ ਹੈ। ਪਹਿਲਾ ਤਾਂ ਸੋਲੂਸ਼ਨ ਹੈ ਕਿ ਮਾਂ-ਬਾਪ ਆਪਣੇ ਬੱਚੇ ਨੂੰ ਮੋਟੀਵੇਟ ਕਰਨ, ਨਕਲ ਨਾ ਮਾਰਨ ਜੀ। ਇਸ ਤੋਂ ਵਧੀਆ ਦਾ ਤਰੀਕਾ ਕੋਈ ਹੋ ਹੀ ਨਹੀਂ ਸਕਦਾ। ਦੂਸਰਾ, ਬੱਚਾ ਸੋਚੇ ਕਿ ਮੈਂ ਪੜ੍ਹ ਕੇ ਹੀ ਪੇਪਰ ਦੇਣੇ ਆ, ਕਿਉਂਕਿ ਜ਼ਿੰਦਗੀ ਦੇ ਵਿੱਚ ਅਗਰ ਉਹ ਪੜ੍ਹਿਆ ਹੋਏਗਾ, ਉਹਨੇ ਸਿੱਖਿਆ ਹੋਏਗਾ, ਤੇ ਅੱਜ ਪੇਪਰ ਦੇ ਕੇ ਉਹ ਜੇ ਫੇਲ ਵੀ ਹੋ ਜਾਂਦਾ ਆ, ਅਗਲੇ ਵਾਰੀ ਉਹ ਮਿਹਨਤ ਕਰਕੇ ਪਾਸ ਹੋ ਜਾਏਗਾ, ਲੇਕਿਨ ਜ਼ਿੰਦਗੀ ਦੇ ਐਗਜ਼ਾਮ 'ਚ ਹਮੇਸ਼ਾ ਪਾਸ ਹੋਏਗਾ। ਲੇਕਿਨ ਅੱਜ ਬੱਚੇ ਨੇ ਨਕਲ ਮਾਰ ਲਈ, ਅੱਜ ਉਹਦੇ 90% ਨੰਬਰ ਆ ਗਏ, ਜਦੋਂ ਕੱਲ ਨੂੰ ਉਹ ਰੀਅਲ ਮਾਰਕੀਟ 'ਚ ਜਾਏਗਾ, ਜੌਬ ਲਈ ਜਾਏਗਾ, ਉੱਥੇ ਉਹ ਧੋਖਾ ਖਾਏਗਾ। ਇਹ ਤਾਂ ਹੋ ਗਿਆ ਸਾਡੇ ਮੋਰਲ ਵੈਲਿਊਜ਼। ਲੇਕਿਨ ਸੌਫਟਵੇਅਰ ਵੀ ਆਉਂਦੇ ਨੇ ਜਿਹਦੇ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਇੱਦਾਂ ਦਾ ਐਪਲੀਕੇਸ਼ਨ ਹੈ ਜਿਹਦੇ ਵਿੱਚ ਉਹ ਸਾਡੇ ਸੈਂਸਿਸ ਨੂੰ ਥਰੂ ਕੈਮਰਾਜ਼, ਜਦੋਂ ਅਸੀਂ ਕੈਮਰਾ ਦੇ ਅੱਗੇ ਬੈਠ ਕੇ ਪੇਪਰ ਦੇ ਰਹੇ ਹਾਂ, ਸਾਡੇ ਸੈਂਸਿਸ ਨੂੰ ਰੀਡ ਕਰਦੇ ਨੇ। ਇਸ ਟੈਕਨੀਕ ਨੂੰ ਬੋਲਦੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ। ਸਾਡੀ ਮੂਵਮੈਂਟ ਔਰ ਰਿਟਰੀਵ ਕਰਦੇ ਨੇ, ਉਸ ਟਾਈਮ ਉਹ ਜੱਜ ਕਰਦੇ ਨੇ ਬੱਚਾ ਕਰ ਕੀ ਰਿਹਾ। ਅਗਰ ਉਹ ਬੱਚੇ ਦੀ ਹਰਕਤ ਉਹਨੂੰ ਲੱਗਦਾ ਕਿ ਇਹ ਜੈਨੂਇਨ ਨਹੀਂ ਆ, ਇਮੀਡੀਏਟਲੀ ਐਪਲੀਕੇਸ਼ਨ ਐਗਜ਼ਾਮ ਬੰਦ ਹੋ ਜਾਏਗਾ। ਬਹੁਤ ਅੱਛੇ, ਔਰ ਇਮੀਡੀਏਟਲੀ ਉਹਨੂੰ ਮੈਸੇਜ ਆਏਗਾ ਕਿ ਤੁਸੀਂ ਗਲਤ ਕਰ ਰਹੇ ਹੋ। ਮਤਲਬ ਮੇਰਾ ਇੱਥੇ ਵੀ ਕੰਮ ਨਹੀਂ ਬਣਨਾ। ਨਹੀਂ ਦੇਖੋ, ਆਪਾਂ ਪ੍ਰਮੋਟ ਨਹੀਂ ਕਰਨਾ ਨਕਲ ਨੂੰ, ਕਿਉਂਕਿ ਨਕਲ ਕਦੀ ਵੀ ਕੰਮ ਨਹੀਂ ਆਉਂਦੀ। ਮਤਲਬ ਉਹਦਾ ਜਿਹੜਾ ਸੈਂਸਿਸ ਨੇ, ਅੱਖਾਂ, ਕੰਨ ਵਗੈਰਾ, ਮਤਲਬ ਇਹਨਾਂ ਚੀਜ਼ਾਂ ਨੂੰ ਦੇਖ ਰਿਹਾ ਹਰਕਤ ਕਿੱਥੇ ਹੋ ਰਹੀ ਹੈ, ਜਿਵੇਂ ਅੱਖਾਂ ਦੀ ਪੁਤਲੀਆਂ ਕਿੱਥੇ ਹਿਲ ਰਹੀਆਂ, ਕਹਿ ਸਕਦੇ ਆ ਕਿ ਜਿਹੜਾ ਕੰਪਿਊਟਰ ਹੈ ਨਾ, ਉਹਨੂੰ ਪਤਾ ਚੱਲ ਜਾਂਦਾ ਹੈ ਕਿ ਬੱਚਾ ਨਕਲ ਮਾਰ ਰਿਹਾ। ਤੁਸੀਂ ਇਹਦੀ ਇੱਕ ਐਗਜ਼ਾਮਪਲ ਦੇਖੋ, ਗੂਗਲ ਕਾਰ ਜਿਨ੍ਹਾਂ ਤੇ ਕੈਮਰੇ ਲੱਗੇ ਨੇ, ਵਿਦਆਊਟ ਐਨੀ ਡਰਾਈਵਰ ਉਹ ਗੱਡੀਆਂ ਮੂਵ ਕਰ ਰਹੀਆਂ ਨੇ। ਉਹ ਕੀ ਕਰ ਰਹੀਆਂ ਨੇ, ਉਹ ਦੱਸ ਰਹੀਆਂ ਨੇ, ਤੁਸੀਂ ਦੇਖਿਆ ਹੋਣਾ ਕਿ ਗੂਗਲ
ਸਟਰੀਟ ਵਿਊ ਆ ਰਿਹਾ, ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਦੇਖਣਾ ਚਾਹੋਗੇ, ਉਹਦੀ 3D ਪਿਕਚਰ ਤੁਹਾਨੂੰ ਨਜ਼ਰ ਆ ਰਹੀ ਹੈ। ਉਹ ਕੌਣ ਬਣਾ ਰਿਹਾ? ਕਾਰਾਂ, ਬਿਨਾਂ ਕਿਸੇ ਡਰਾਈਵਰ ਤੋਂ। ਉਹਦੇ ਪਿੱਛੇ ਲੌਜਿਕ ਕੀ ਆ? ਆਰਟੀਫੀਸ਼ੀਅਲ ਇੰਟੈਲੀਜੈਂਸ। ਉਹ ਵੀ ਤਾਂ ਸੈਂਸਸ ਹੀ ਹੈ ਨਾ ਜੀ। ਤਾਂ ਤੁਸੀਂ ਇਹੀ ਚੀਜ਼ਾਂ ਨੂੰ ਅਗਰ ਐਪਲੀਕੇਸ਼ਨ ਨੂੰ ਇਸ ਐਗਜ਼ਾਮੀਨੇਸ਼ਨ ਪ੍ਰੋਸੈਸ ਵੀ ਲਿਓ ਤੇ ਇਸ ਪ੍ਰੋਬਲਮ ਤੋਂ ਨਿਜਾਤ ਵੀ ਮਿਲ ਜਾਏਗੀ। ਬਹੁਤ ਵਧੀਆ ਗੱਲ ਜੀ, ਬਹੁਤ ਅੱਛੀ ਗੱਲ ਤੁਸੀਂ ਕਹੀ ਹੈ। ਲਾਕਡਾਊਨ ਦੇ ਵਿੱਚ ਅਸੀਂ ਦੇਖਦੇ ਹਾਂ, ਆਪਾਂ ਆਪਣੇ ਘਰ ਦੇ ਬੱਚਿਆਂ ਨੂੰ ਦੇਖ ਲਈਏ, ਇੱਕ ਤਾਂ ਨਾ ਬਹੁਤ ਜ਼ਿਆਦਾ ਖਾ ਪੀ ਕੇ ਮੋਟੇ ਹੋ ਗਏ ਹੈ ਨਾ, ਕਿਉਂਕਿ ਆਣਾ ਜਾਣਾ ਖਤਮ ਹੋ ਗਿਆ। ਦੂਸਰੀ ਚੀਜ਼, ਬੈਠੇ ਬੈਠੇ ਜਿਹੜੀ ਆ ਬੈਕਬੋਨ ਦੀ ਪ੍ਰੋਬਲਮ ਔਰ ਆਈਜ਼ ਤੇ ਇਫੈਕਟ ਪੈ ਰਿਹਾ, ਔਰ ਕਈ ਬੱਚੇ ਬਹੁਤ ਜ਼ਿਆਦਾ ਸਟ੍ਰੈਸ ਵੀ ਲੈ ਰਹੇ ਆ ਤੇ ਡਿਪਰੈਸ ਵੀ ਹੋ ਰਹੇ ਆ, ਹੈ ਨਾ। ਇਹਨਾਂ ਸਾਰੀਆਂ ਚੀਜ਼ਾਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕੇ? ਤੁਸੀਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਟੂਡੈਂਟ ਪੁਆਇੰਟ ਆਫ ਵਿਊ ਨਾਲ ਕੀਤੀਆਂ। ਇਹੀ ਗੱਲਾਂ ਸਾਰੀਆਂ ਇੰਪਲੀਮੈਂਟ ਹੋ ਰਹੀਆਂ ਟੀਚਰ ਤੇ ਵੀ। ਅੱਛਾ ਜੀ। ਹਾਂਜੀ ਬਿਲਕੁਲ। ਟੀਚਰ ਕੀ ਕਰ ਰਿਹਾ ਆ? ਸਾਰਾ ਦਿਨ ਬੋਲ ਰਿਹਾ, ਉਹਦਾ ਗਲਾ ਬੈਠ ਰਿਹਾ, ਗਲੇ ਤੇ ਬੈਠ ਰਿਹਾ, ਉਹਦੇ ਕੰਨ ਜਿਹੜੇ ਆ ਉਹ ਖਰਾਬ ਹੋ ਰਹੇ ਆ। ਤੁਸੀਂ ਦੇਖਿਆ ਹੋਵੇਗਾ ਕਿ ਆ ਜਿਹੜੇ ਪਿਛਲੇ 1 ਸਾਲ ਤੋਂ ਜਿਹੜੇ ENT ਡਾਕਟਰਸ ਨੇ ਉਹਨਾਂ ਕੋਲ ਪੇਸ਼ੈਂਟ ਵੱਧ ਗਏ, ਕਿਉਂਕਿ ਅੱਖਾਂ, ਕੰਨ, ਗਲਾ, ਇਹ ਸਾਰੀਆਂ ਪ੍ਰੋਬਲਮਸ, ਨੱਕ ਪ੍ਰੋਬਲਮ ਆਉਣ ਲੱਗ ਪਈਆਂ, ਕਿਉਂਕਿ ਬੱਚੇ ਨੂੰ ਜਦੋਂ ਤੁਸੀਂ ਪੜ੍ਹਾ ਰਹੇ ਹੋ, ਗਲਾ, ਨੱਕ ਤਾਂ ਸਾਰੇ ਯੂਜ਼ ਹੋ ਰਹੇ ਨੇ। ਅੱਛਾ, ਈਅਰਫੋਨ ਜਾਂ ਹੈਡਫੋਨ ਦੇ ਯੂਜ਼ ਕਰਕੇ ਕੰਨ ਖਰਾਬ ਹੋ ਰਹੇ ਨੇ। ਤੇ ਕੋਸ਼ਿਸ਼ ਕਰੋ ਘੱਟ ਤੋਂ ਘੱਟ ਈਅਰਫੋਨ ਯੂਜ਼ ਕਰੋ ਜੀ, ਸਪੀਕਰ ਫੋਨ ਔਨ ਕਰਕੇ ਪੜੋ। ਦੂਸਰਾ, ਆਪਣਾ ਪੋਸਚਰ, ਜਦੋਂ ਤੁਸੀਂ ਬੈਠਦੇ ਹੋ ਸਿੱਧੇ ਬੈਠੋ। ਜਿਹੜਾ ਲੈਪਟਾਪ ਜਾਂ ਕੰਪਿਊਟਰ ਜਾਂ ਮੋਬਾਈਲ ਆ ਉਹਨੂੰ ਇੱਕ ਡਿਫਰੈਂਟ ਐਂਗਲ ਤੇ ਰੱਖੋ ਤਾਂ ਕਿ ਤੁਹਾਨੂੰ ਉਹਦੀ ਵਿਜ਼ਿਬਿਲਿਟੀ ਬਣੀ ਰਹੇ। ਜਿਹੜਾ ਤੁਸੀਂ ਮੈਮ ਖਾਣ ਪੀਣ ਦਾ ਕਿਹਾ, ਇਹ ਤਾਂ ਮਾਂ-ਬਾਪ ਨੂੰ ਦੇਖਣਾ ਪਏਗਾ ਕਿ ਸਾਡੇ ਬੱਚੇ ਦੀ ਹਾਲਤ ਜਿਹੜੀ ਹੈ ਖਰਾਬ ਹੋ ਰਹੀ ਹੈ। ਤੇ ਬੱਚੇ ਨੂੰ ਥੋੜੀ ਦੇਰ ਬਾਅਦ, ਜਿਹਦਾ ਹੁਣ ਇੱਕ 45 ਮਿੰਟ ਦੀ ਕਲਾਸ ਹੈ, ਉਹਨਾਂ ਨੂੰ 45 ਮਿੰਟ ਤੋਂ ਬਾਅਦ ਥੋੜਾ 5 ਮਿੰਟ ਦੀ ਮੂਵਮੈਂਟ ਲਈ ਕਹੋ ਕਿ ਬੇਟਾ ਤੁਸੀਂ ਥੋੜਾ ਉੱਠ ਕੇ ਬੈਠੋ, ਅੱਖਾਂ ਨੂੰ ਧੋਵੋ, ਅੱਖਾਂ ਨੂੰ ਬੰਦ ਕਰਕੇ ਰਿਲੈਕਸ ਕਰੋ। ਤੇ ਉਹਨਾਂ ਦੀ ਜਿਹੜੀ ਸਿਹਤ ਦਾ ਸਭ ਤੋਂ ਬੜਾ ਇੱਕ ਹੋਰ ਪੋਜ਼ਿਟਿਵ ਪੁਆਇੰਟ ਇਹ ਹੋਏਗਾ, ਉਹਨਾਂ ਨੂੰ ਅੱਛੀ ਖੁਰਾਕ ਦਿਓ। ਜਿਹੜੇ ਜੰਕ ਫੂਡ ਆ ਬਿਲਕੁਲ ਨਾ ਦਿਓ, ਕਿਉਂਕਿ ਬੱਚਾ ਬੈਠਾ ਆ, ਖਾਈ ਜਾ ਰਿਹਾ, ਪੜ੍ਹਾਈ ਵੱਲ ਧਿਆਨ ਹੀ ਨਹੀਂ ਹੋਏਗਾ। ਸੋ ਇਹ ਕੁਝ ਪ੍ਰੀਕਾਸ਼ਨ ਸਾਨੂੰ ਲੈਣੇ ਪੈਣਗੇ ਜੀ। ਕੰਪਿਊਟਰ ਤੋਂ ਤਾਂ ਆਪਾਂ ਡਿਸਟੈਂਸ ਰੱਖ ਸਕਦੇ ਹਾਂ, ਪਰ ਆਪਾਂ ਦੇਖਦੇ ਹਾਂ ਕਿ ਬੱਚੇ ਜਿਹੜੇ ਆਨਲਾਈਨ ਸਟੱਡੀ ਕਰਦੇ ਆ, ਮੋਸਟਲੀ ਲੰਮੇ ਪੈ ਕੇ ਹੱਥ 'ਚ ਫੋਨ ਫੜਿਆ। ਦੇਖੋ ਫਿਰ ਸਾਡੀ ਮਾਂ-ਬਾਪ ਦੀ ਡਿਊਟੀ ਹੈ, ਇਹ ਸਾਡੀ ਡਿਊਟੀ ਹੈ ਉਹਨਾਂ ਬੱਚਿਆਂ ਨੂੰ ਧਿਆਨ ਰੱਖਣਾ। ਦੇਖੋ ਮਾਂ-ਬਾਪ ਵੀ ਰਿਲੈਕਸ ਹੋ ਗਏ ਜੀ, ਫੋਨ ਦੇਤਾ ਉਹਨੂੰ ਤੇ ਉਹਨੂੰ ਕਹਿੰਦਾ ਬੇਟਾ ਤੁਸੀਂ ਕਲਾਸ ਲਾ ਲਓ। ਤੁਸੀਂ ਦੇਖੋ ਤੁਸੀਂ ਉਹ ਬੱਚਾ ਫੋਨ ਤੇ ਕੰਮ ਕੀ ਕਰ ਰਿਹਾ, ਕਿ ਉਹ ਵਾਕਈ ਪੜ੍ਹ ਰਿਹਾ। ਜੇ ਉਹ ਪੜ੍ਹ ਰਿਹਾ, ਉਹਨੂੰ ਸਹੀ ਤਰੀਕੇ ਨਾਲ ਪੜ੍ਹਨ ਲਈ ਹੈਲਪ ਕਰੋ, ਉਹਨੂੰ ਗਾਈਡ ਕਰੋ, ਕਿਉਂਕਿ ਇੱਕ ਮਾਂ-ਬਾਪ ਹੀ ਗਾਈਡ ਕਰ ਸਕਦੇ ਨੇ ਸਭ ਤੋਂ ਪਹਿਲਾਂ। ਟੀਚਰ ਤਾਂ ਦੂਸਰੀ ਰਿਮੋਟ ਲੋਕੇਸ਼ਨ ਤੇ ਬੈਠਾ ਹੋਇਆ, ਤੇ ਕੁਝ ਡਿਊਟੀ ਸਾਨੂੰ ਵੀ ਫੋਲੋ ਕਰਨੀਆਂ ਪੈਣਗੀਆਂ। ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ, ਕਿਉਂਕਿ ਇੱਕ ਜਿਵੇਂ ਤੁਸੀਂ ਕਹਿੰਦੇ 45 ਮਿੰਟ ਜਾਂ ਕੁਝ ਟਾਈਮ ਦਾ ਇੰਟਰਵਲ ਵੀ ਦੇਣਾ ਚਾਹੀਦਾ, ਕਿਉਂਕਿ ਇੱਕ ਟਾਈਮ ਹੁੰਦਾ ਸੀ ਪਰਮਵੀਰ ਜੀ ਜਦੋਂ ਟੀਵੀ ਦੇਖਦੇ ਸੀ ਨਾ, ਉਦੋਂ ਬੱਚਿਆਂ ਨੂੰ ਕਿਹਾ ਜਾਂਦਾ ਸੀ ਵੀ ਇੰਨਾ ਜ਼ਿਆਦਾ ਟੀਵੀ ਨਾ ਵੇਖ, ਅੱਖਾਂ ਖਰਾਬ ਹੋ ਜਾਣਗੀਆਂ। ਪਰ ਹੁਣ ਟੀਵੀ ਛੱਡ ਕੇ ਮੋਬਾਈਲ ਦੇ ਉੱਤੇ, ਜਿਹੜਾ ਬਿਲਕੁਲ ਅੱਖਾਂ ਦੇ ਕੋਲ ਹੈ, ਉਹਦੇ ਤੇ ਧਿਆਨ ਲਾਇਆ ਜਾਂਦਾ ਹੈ। ਯਾਰ ਮੋਬਾਈਲ ਤੇ ਧਿਆਨ ਤਾਂ ਲਾਉਂਦੇ, ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਐਪਸ ਹੋਣੀਆਂ ਚਾਹੀਦੀਆਂ, ਕਿਹੜੀਆਂ, ਜਾਂ ਕੰਪਿਊਟਰ ਵੀ ਲਗਾ ਲਈ, ਉਹਦੇ 'ਚ ਕਿਹੜੀ ਚੀਜ਼ ਖੋਲ੍ਹਣੀ ਚਾਹੀਦੀ ਹੈ, ਇਹ ਮਾਂ ਪਿਓ ਕਿਸ ਤਰ੍ਹਾਂ ਸੁਨਿਸ਼ਚਿਤ ਕਰਨ, ਬੱਚਿਆਂ ਤੋਂ ਕਿਸ ਤਰ੍ਹਾਂ ਬਚਾਉਣ, ਕਿ ਚਾਈਲਡ ਲੌਕ ਵਗੈਰਾ, ਕਿਉਂਕਿ ਬੱਚੇ ਨੂੰ ਕੋਈ ਵੀ ਚੀਜ਼, ਕੋਈ ਹੋਰ ਸਾਈਟ, ਗਲਤ ਗੰਦੀ ਮੰਦੀ ਸਾਈਟ ਖੁੱਲ ਜਾਂਦੀ ਹੈ ਤਾਂ ਕੀ ਕਰੇ? ਠੀਕ ਕਹਿ ਰਹੇ ਹੋ ਜੀ। ਦੇਖੋ ਪਹਿਲਾਂ ਤਾਂ ਹੁਣ ਥੋੜਾ ਜਿਹਾ ਬੱਚਿਆਂ ਦੇ ਮਾਂ-ਬਾਪ ਨੂੰ ਵੀ ਪੜ੍ਹਨਾ ਪਏਗਾ ਜੀ। ਪਹਿਲਾਂ ਹੁੰਦਾ ਸੀਗਾ ਕਿ ਬੱਚਿਆਂ ਦੇ ਮਾਂ-ਬਾਪ ਨੇ ਬਸਤੇ ਪਾਏ, ਸਕੂਲ ਭੇਜਤਾ, ਹੁਣ ਟੀਚਰ ਦੀ ਡਿਊਟੀ ਹੈ। ਤੇ ਆਪ ਆਪਣੇ ਕੰਮ 'ਚ ਲੱਗੇ, ਫਾਦਰ ਆਪਣੇ ਕੰਮ ਤੇ ਚਲਾ ਗਿਆ, ਮਾਂ ਨੇ ਆਪਣੇ ਘਰ 'ਚ ਕੰਮ ਕਰਨਾ ਸ਼ੁਰੂ ਕਰਤਾ, ਬੱਚਾ ਆਇਆ, ਰੋਟੀ ਦਿੱਤੀ ਤੇ ਪੜ੍ਹਨਾ ਲਾਤਾ ਉਹਨੂੰ। ਲੇਕਿਨ ਕੁਝ ਡਿਊਟੀਆਂ ਹੁਣ ਸਾਨੂੰ ਵੀ ਫੋਲੋ ਕਰਨੀਆਂ। ਜਿੰਨੇ ਵੀ ਸਾਡੇ ਸ਼ੋਤਾ ਬੈਠੇ ਦੇਖ ਰਹੇ ਨੇ, ਉਹਨਾਂ ਨੂੰ ਵੀ ਥੋੜਾ ਜਿਹਾ ਹੁਣ ਆਪਣੇ ਬੱਚਿਆਂ ਲਈ ਐਫਰਟ ਕਰਨੇ ਪੈਣਗੇ। ਉਹਨਾਂ ਨੂੰ ਵੀ ਇਹ ਦੇਖਣਾ ਪਏਗਾ ਕਿ ਸਾਡੇ ਬੱਚੇ ਦਾ ਕਿਸ ਭਲਾ ਆ, ਕਿਹੜੀਆਂ ਐਪਲੀਕੇਸ਼ਨ ਦੇ। ਚਲੋ ਅਗਰ ਉਹ ਪੜ੍ਹੇ ਲਿਖੇ ਨਹੀਂ ਵੀ ਨੇ, ਲੇਕਿਨ ਉਹਨਾਂ ਦੇ ਬੱਚਿਆਂ ਨੂੰ ਆਪਣੇ ਟੀਚਰਸ ਨੂੰ ਮਿਲਾਉਣਾ ਚਾਹੀਦਾ, ਆਪਣੇ ਮਾਂ-ਬਾਪ ਨੂੰ, ਤਾਂ ਕਿ ਉਹਨਾਂ ਦੇ ਮਾਂ-ਬਾਪ ਨੂੰ ਉਹਨਾਂ ਦੇ ਟੀਚਰ ਦੱਸ ਪਾਉਣ ਕਿ ਤੁਹਾਡੇ ਬੱਚੇ ਦੇ ਲਈ ਆਹ ਚੀਜ਼ਾਂ ਦੀ ਜ਼ਰੂਰਤ ਹੈ, ਤੁਸੀਂ ਉਹਨਾਂ ਨੂੰ ਅਵੇਲੇਬਲ ਕਰਕੇ ਦਿਓ। ਦੂਸਰੀ ਗੱਲ ਹੈ, ਤੁਸੀਂ ਜਿਹੜੀ ਗੱਲ ਕੀਤੀ ਸੀ, ਗਲਤ ਸਾਈਟਸ ਵੀ ਖੋਲ ਸਕਦੇ ਨੇ, ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਹੁਣ ਇੱਕ ਬੱਚੇ ਦੇ ਪਾਮ ਦੇ ਉੱਤੇ, ਹੱਥ ਦੇ ਉੱਤੇ ਇੱਕ ਮੋਬਾਈਲ ਆ। ਮਤਲਬ ਪਹਿਲਾਂ ਤਾਂ ਬੱਚਾ ਕੀ ਕਰ ਰਿਹਾ ਪਤਾ ਲੱਗ ਜਾਂਦਾ ਸੀ, ਹੁਣ ਇਹ ਵੀ ਨਹੀਂ ਪਤਾ ਲੱਗ ਰਿਹਾ ਕਰ ਕੀ ਰਿਹਾ ਹੈ। ਤੇ ਇਸ ਕਰਕੇ ਥੋੜਾ ਜਿਹਾ ਨਹੀਂ, ਬਹੁਤ ਜ਼ਿਆਦਾ ਸਾਡੇ ਜਿਹੜੇ ਪਰਿਵਾਰਕ ਮੈਂਬਰਸ ਨੇ, ਚਾਹੇ ਉਹ ਮਾਂ-ਬਾਪ ਆ, ਭੈਣ ਭਰਾ ਆ, ਜਾਂ ਤਾਏ ਚਾਚੇ ਆ, ਜੋ ਵੀ ਦੇਖਦੇ ਨੇ ਆਪਣੇ ਬੱਚੇ ਨੂੰ, ਉਹਨੂੰ ਵੈਰੀਫਾਈ ਕਰਨ ਕਿ ਉਹ ਬੱਚਾ ਜੋ ਦੇਖ ਰਿਹਾ ਉਹ ਜੈਨੂਨ ਹੈ, ਕਿ ਉਹ ਪੜ੍ਹਾਈ ਨਾਲ ਰਿਲੇਟਡ ਦੇਖ ਰਿਹਾ। ਹਾਂ ਠੀਕ ਹੈ, ਕਈ ਵਾਰ ਉਹ ਪੜ੍ਹਾਈ ਨਾਲ ਰਿਲੇਟਡ ਨਹੀਂ ਦੇਖ ਰਿਹਾ, ਆਪਣੇ ਇੰਟਰਟੇਨਮੈਂਟ ਲਈ ਗੇਮ ਖੇਲ ਰਿਹਾ, ਵੀਡੀਓ ਦੇਖ ਰਿਹਾ, ਲੇਕਿਨ ਕੀ ਉਹ ਜੈਨੂਨ ਹੈ, ਕਿ ਉਹ ਬੱਚੇ ਦੇ ਹੈਲਥ ਤੇ ਕੋਈ ਇਸ਼ੂ ਤਾਂ ਨਹੀਂ ਖੜਾ ਕਰ ਰਿਹਾ। ਇਹ ਚੀਜ਼ਾਂ ਨੂੰ ਸਾਨੂੰ ਸਮਝਣਾ ਪਏਗਾ। ਤੇ ਮੋਰਲ ਡਿਊਟੀ ਇਹ ਹੈ ਕਿ ਮਾਂ-ਬਾਪ ਨੂੰ ਹੁਣ ਐਕਟਿਵ ਹੋਣਾ ਪਏਗਾ ਜੇ ਆਨਲਾਈਨ ਐਜੂਕੇਸ਼ਨ 'ਚ ਬੱਚੇ ਨੂੰ ਭੇਜਣਾ। ਨਹੀਂ, ਕੋਈ ਚਾਈਲਡ ਲੌਕ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਆਉਂਦੀ? ਬੱਚੇ ਤੇ ਭਰੋਸਾ ਰੱਖੋ। ਮੈਂ ਤਾਂ ਸਭ ਤੋਂ ਪਹਿਲਾਂ ਵਿਊ ਇਹ ਦਊਂਗਾ ਕਿ ਭਰੋਸਾ ਰੱਖੋ। ਕੁਝ ਬੱਚੇ ਸ਼ੈਤਾਨ ਨੇ, ਫਿਰ ਇਹ ਵੀ ਕਰਨਾ ਪਏਗਾ। ਮਨੋਜ ਜੀ, ਕਈ ਵਾਰੀ ਭਰੋਸਾ ਟੁੱਟ ਵੀ ਜਾਂਦਾ। ਪਿੱਛੇ ਜੇ ਇੱਕ ਬੱਚੇ ਦਾ ਇਸ ਤਰ੍ਹਾਂ ਹੀ ਇੱਕ ਕੇਸ ਆਇਆ ਸੀ ਚੰਡੀਗੜ੍ਹ ਦੇ ਵਿੱਚ, ਖੈਰ ਮੈਂ ਐਪ ਦਾ ਨਾਮ ਤਾਂ ਨਹੀਂ ਲਊਂਗਾ, ਪਰ ਇੱਕ ਗੇਮ ਐਪ ਸੀਗੀ ਤੇ ਉਹਦੇ ਵਿੱਚ ਉਹਨੇ ਆਪਣੇ ਪਿਓ ਦਾ ਪਤਾ ਨਹੀਂ 15-16 ਲੱਖ ਰੁਪਈਆ ਜਿਹੜਾ ਸੀ ਉਡਾ ਦਿੱਤਾ। ਹਾਂਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਇੱਥੋਂ ਤੱਕ ਦੇਖੋ ਕਿ ਬੱਚੇ ਸੁਸਾਈਡ ਕਰਕੇ ਗਏ ਨੇ ਇਸੀ ਗੇਮਿੰਗ ਸਿਸਟਮ ਦੇ ਵਿੱਚ। ਸੋ ਉਹਦੇ ਲਈ ਸਾਨੂੰ ਇਹ ਚੀਜ਼ਾਂ ਨੂੰ ਥੋੜਾ ਜਿਹਾ ਅਵੋਇਡ ਕਰਨਾ ਪਏਗਾ, ਬੱਚਿਆਂ ਨੂੰ ਸਮਝਾਉਣਾ ਪਏਗਾ ਪਿਆਰ ਨਾਲ
ਕਿ ਬੇਟਾ ਆ ਜਿਹੜੀਆਂ ਐਪਲੀਕੇਸ਼ਨਸ ਹੈ ਪਹਿਲਾਂ ਖੁਦ ਨੌਲੇਜ ਲਓਗੇ, ਫਿਰ ਉਹਨੂੰ ਦੱਸੋਗੇ ਉਹਦੇ ਨੁਕਸਾਨ ਕੀ ਨੇ, ਕਿਉਂਕਿ ਬੱਚਾ ਤਾਂ ਬੱਚਾ ਹੈ, ਉਹਨੂੰ ਨਹੀਂ ਪਤਾ ਕਿ ਮੇਰੇ ਲਈ ਚੰਗੀ ਚੀਜ਼ ਕੀ ਹੈ ਮਾੜੀ ਕੀ ਹੈ। ਥੋੜਾ ਜਿਹਾ ਟੀਚਰ ਦੀ ਡਿਊਟੀ ਆ, ਥੋੜਾ ਜਿਹਾ ਜਿਹੜਾ ਸਾਡਾ এনवायरमेंट ਹੈ ਸਰਾਊਂਡਿੰਗ ਆ ਉਹਨਾਂ ਦੀ ਵੀ ਡਿਊਟੀ ਹੈ। ਸੋ ਅਗਰ ਆਪਣੀ ਡਿਊਟੀ ਆਪਾਂ ਸਾਰੇ ਮਿਲ ਕੇ ਕਰਾਂਗੇ ਤੇ ਸਾਡੇ ਬੱਚੇ ਜਿਹੜੇ ਆਉਣ ਵਾਲਾ ਵਧੀਆ ਇੰਜੋਏ ਕਰਨਗੇ ਆਨਲਾਈਨ ਸਿਸਟਮ। ਦੇਖੋ ਤੁਸੀਂ ਡਿਊਟੀਆਂ ਦੀ ਗੱਲ ਕੀਤੀ ਹੈ, ਮਾਂ-ਬਾਪ ਦੀ ਡਿਊਟੀਆਂ, ਪੜ੍ਹੇ ਲਿਖੇ ਮਾਂ-ਬਾਪ ਤੇ ਸਾਰੀਆਂ ਚੀਜ਼ਾਂ ਦੇਖ ਲੈਣਗੇ ਆਪਣੇ ਮੋਬਾਈਲ ਤੋਂ, ਪਰ ਜਿਹੜੇ ਮਾਂ-ਬਾਪ ਪੜ੍ਹੇ ਲਿਖੇ ਨਹੀਂ ਹੈ ਉਹਨਾਂ ਨੂੰ ਕਿੱਦਾਂ ਪਤਾ ਲੱਗੇਗਾ ਕਿ ਬੱਚਾ ਕੀ ਕਰ ਰਿਹਾ ਜਾਂ ਕਿੱਦਾਂ ਨਹੀਂ, ਕਿੰਨਾ ਕੁ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਹੈ ਮਾਂ-ਬਾਪ ਦਾ? ਫਿਰ ਮੈਂ ਸਭ ਤੋਂ ਪਹਿਲਾਂ ਜਿੰਨੇ ਵੀ ਸ਼ੋਧਾਗਣ ਬੱਚੇ ਬੈਠੇ ਨੇ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੂੰਗਾ ਕਿ ਉਹ ਇਹ ਚੀਜ਼ਾਂ ਨੂੰ ਸਮਝਣ। ਜਿਨ੍ਹਾਂ ਦੇ ਮਾਂ-ਬਾਪ ਪੜ੍ਹੇ ਲਿਖੇ ਨਹੀਂ ਆ ਉਹ ਆਪਣੇ ਮਾਂ-ਬਾਪ ਨੂੰ ਥੋੜਾ ਜਿਹਾ ਮੋਟੀਵੇਟ ਵੀ ਕਰਨ ਔਰ ਉਹਨਾਂ ਨੂੰ ਧੋਖਾ ਨਾ ਦੇਣ, ਕਿਉਂਕਿ ਇੱਕ ਮਾਂ-ਬਾਪ ਦੀ ਜਿਹੜੀ ਫੀਲਿੰਗਸ ਤੇ ਭਰੋਸਾ ਆ ਉਹ ਸਾਰੀ ਉਮਰ ਬਣਿਆ ਰਹਿੰਦਾ ਆ, ਸਿਰਫ ਇਸ ਕਰਕੇ ਕਿ ਮੇਰੇ ਬੱਚੇ ਵਧੀਆ ਨੇ। ਸੋ ਜਿੰਨੇ ਵੀ ਬੱਚੇ ਬੈਠੇ ਇਸ ਟਾਈਮ ਇਹ ਪ੍ਰੋਗਰਾਮ ਦੇਖ ਰਹੇ ਨੇ ਉਹ ਕੋਸ਼ਿਸ਼ ਇਹ ਕਰਨ ਕਿ ਉਹ ਇੱਦਾਂ ਦਾ ਸਿਸਟਮ ਫੋਲੋ ਕਰਨ ਜਿਹਦੇ 'ਚ ਉਹਨਾਂ ਦੇ ਮਾਂ-ਬਾਪ ਨੂੰ ਸ਼ਰਮਿੰਦਗੀ ਮਹਿਸੂਸ ਨਾ ਕਰਨੀ। ਜੀ ਮਨੋਜ ਜੀ, ਇਹ ਵੀ ਚੀਜ਼ ਹੋ ਸਕਦੀ ਹੈ ਕਈ ਵਾਰੀ ਕਿ ਜਿਸ ਤਰ੍ਹਾਂ OTP ਆਉਂਦਾ, ਵਨ ਟਾਈਮ ਪਾਸਵਰਡ, ਅਸੀਂ ਪੇਮੈਂਟ ਕਿਤੇ ਕਰਦੇ ਹਾਂ, ਸਾਡੇ ਫੋਨ ਦੇ ਉੱਤੇ ਇੱਕ ਪਾਸਵਰਡ ਆਉਂਦਾ ਹੈ, ਅਸੀਂ ਉਹ ਭਰਦੇ ਹਾਂ, ਉਸ ਤੋਂ ਬਾਅਦ ਜਾ ਕੇ ਕੰਮ ਹੁੰਦਾ ਹੈ। ਇਸ ਤਰ੍ਹਾਂ ਜਦੋਂ ਬੱਚੇ ਨੂੰ ਕੋਈ ਲੌਗਇਨ ਲਈ ਜਾਂ ਕੋਈ ਗੇਮ ਖੇਡਣ ਲਈ ਦਿੱਤੀ ਹੈ ਤੇ ਪੇਮੈਂਟ ਦੀ ਸਿਕਿਉਰਿਟੀ ਇਸ ਤਰ੍ਹਾਂ ਦੀ ਕਰ ਦਿੱਤੀ ਜਾਵੇ, ਪੜ੍ਹੇ ਲਿਖੇ ਮਾਂ-ਬਾਪ ਲਈ ਮੈਂ ਗੱਲ ਕਰ ਰਿਹਾ, ਜਿਹੜੇ ਥੋੜ੍ਹੇ ਬਹੁਤੇ ਪੜ੍ਹੇ ਲਿਖੇ, ਜ਼ਿਆਦਾ ਤਾਂ ਸਭ ਪਤਾ ਹੀ ਹੈ, ਜਾਣਦੇ ਨੇ, ਲੇਕਿਨ ਉਹਦੇ ਵਿੱਚ ਅਸੀਂ ਉਹਨੂੰ ਆਪਣੇ ਫੋਨ ਨੂੰ ਜਾਂ ਉਸ ਖਾਤੇ ਨੂੰ ਜਿਹਦੇ 'ਚ ਅਸੀਂ ਉਹ ਖਾਤਾ ਚਲਾਉਂਦੇ ਹਾਂ ਉਹਨੂੰ ਵੱਖਰੇ ਫੋਨ 'ਚ ਰੱਖੀਏ ਜਾਂ ਇਸ ਤਰ੍ਹਾਂ ਦਾ ਕੁਝ ਕਰੀਏ? ਬੈਸਟ ਇਹੀ ਹੈ ਕਿ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਆਨਲਾਈਨ ਐਜੂਕੇਸ਼ਨ ਲਈ ਭੇਜਣਾ, ਉਹਨਾਂ ਨੂੰ ਮੋਬਾਈਲ ਲੈ ਕੇ ਦੇ ਰਹੇ ਹੋ ਤੇ ਉਸ ਮੋਬਾਈਲ 'ਚ ਸਿਰਫ ਉਹੀ ਐਪਲੀਕੇਸ਼ਨ ਰੱਖੋ ਜਿੱਤੇ ਉਹਨੇ ਪੜ੍ਹਨਾ, ਉਸ ਤੋਂ ਇਲਾਵਾ ਕੋਈ ਐਪਲੀਕੇਸ਼ਨ ਇੰਸਟਾਲ ਹੀ ਨਾ ਕਰੋ। ਇਹੀ ਸਭ ਤੋਂ ਵਧੀਆ ਤਰੀਕਾ ਆ। ਅਗਰ ਇੰਸਟਾਲ ਹੈ ਫਿਰ ਤੁਸੀਂ ਦੇਖੋਗੇ ਕੋਈ ਐਪਲੀਕੇਸ਼ਨ ਇੰਸਟਾਲ ਕਰਦੇ ਹੋ ਉਹ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਖੁਦ ਹੀ ਔਨ ਕਰਵਾਉਂਦਾ, ਅਲਾਓ ਯੂਰ ਪਿਕਚਰਸ, ਅਲਾਓ ਯੂਰ ਕੰਟੈਕਟਸ, ਅਲਾਓ, ਇਹ ਸਾਰਾ ਕੁਝ ਉਹ ਤੁਹਾਨੂੰ ਕਹਿੰਦਾ ਕਰੋ, ਤੁਸੀਂ ਖੁਦ ਹੱਸ ਕੇ ਕਰ ਰਹੇ ਹੋ, ਕੱਲ ਨੂੰ ਤੁਹਾਡਾ ਸਿਸਟਮ ਹੈਕ ਹੋ ਜਾਂਦਾ ਫਿਰ ਤੁਸੀਂ ਰਿਸਪੌਂਸਿਬਲ ਹੋ, ਫਿਰ ਉਹਨੇ ਤਾਂ ਆਪਣਾ ਕੰਮ ਕਰ ਹੀ ਲੈਣਾ। ਵੱਖਰੀ ਚੀਜ਼ਾਂ ਰੱਖੀਆਂ। ਬਿਲਕੁਲ ਕੋਸ਼ਿਸ਼ ਕਰੋ ਜਿਹੜਾ ਬੱਚਾ ਪੜ੍ਹ ਰਿਹਾ ਉਹਦੇ ਲੈਪਟਾਪ ਤੇ ਸਿਰਫ ਉਹਦੇ ਨਾਲ ਰਿਲੇਟਡ ਐਪਲੀਕੇਸ਼ਨ ਹੋਣ, ਜਾਂ ਜਿਹੜੇ ਮੋਬਾਈਲ ਤੇ ਉਹ ਸਿੱਖ ਰਿਹਾ ਉਸ ਮੋਬਾਈਲ ਤੇ ਸਿਰਫ ਉਹੀ ਐਪਲੀਕੇਸ਼ਨ ਹੋਵੇ, ਔਰ ਉਹ ਵੀ ਐਪਲੀਕੇਸ਼ਨ ਉਹ ਹੋਣੀ ਚਾਹੀਦੀ ਹੈ ਜਿਹੜੀ ਪ੍ਰਮਾਣਿਤ ਹੈ। ਜੀ, ਉਸ ਤੋਂ ਇਲਾਵਾ ਕੁਝ ਵੀ ਨਹੀਂ ਹੋਣਾ ਚਾਹੀਦਾ। ਮੈਂ ਤਾਂ ਇਹੀ ਸੁਜੈਸਟ ਕਰੂੰਗਾ। ਤੁਸੀਂ ਬਹੁਤ ਸਾਰੇ ਪ੍ਰਭਾਵ ਦੱਸੇ ਆ ਕਿ ਕੀ ਪ੍ਰਭਾਵ ਪੈ ਰਹੇ ਆ ਆਨਲਾਈਨ ਐਜੂਕੇਸ਼ਨ ਦਾ ਬੱਚਿਆਂ ਤੇ, ਅਧਿਆਪਕਾਂ ਤੇ ਮਾਂ-ਬਾਪ ਤੇ ਓਵਰਆਲ ਜੇ ਆਪਾਂ ਦੇਖੀਏ ਪੂਰੇ ਸਮਾਜ ਤੇ ਜਿਹੜਾ ਇਹ ਲਾਕਡਾਊਨ ਦਾ ਸਫ਼ਰ ਸਾਡਾ ਰਿਹਾ ਆ, ਸਾਰੇ ਆਨਲਾਈਨ ਪੜ੍ਹਾਈ ਕਰ ਰਹੇ ਆ ਬੱਚੇ, ਕਿੰਨਾ ਕੁ ਪ੍ਰਭਾਵ ਸਾਡੇ ਸਮਾਜ ਤੇ ਚੰਗਾ ਜਾਂ ਮਾੜਾ ਪਿਆ? ਇਹਦੇ ਲਈ ਮੈਂ ਸਭ ਤੋਂ ਪਹਿਲਾਂ ਜਿੰਨੇ ਵੀ ਟੀਚਰਸ ਇਸ ਟਾਈਮ ਇਸ ਪ੍ਰੋਗਰਾਮ ਨੂੰ ਦੇਖ ਰਹੇ ਉਹਨਾਂ ਨੂੰ ਮੈਂ ਇੱਕ ਹੱਥ ਜੋੜ ਕੇ ਬੇਨਤੀ ਜ਼ਰੂਰ ਕਰੂੰਗਾ, ਉਹ ਇਹ ਹੈ ਕਿ ਉਹ ਆਪਣੀਆਂ ਵੀ ਡਿਊਟੀਜ਼ ਫੋਲੋ ਕਰਨ। ਮੈਂ ਫੋਲੋ ਕਰਨ ਨੂੰ ਇਸ ਕਰਕੇ ਕਹਿ ਰਿਹਾ ਹਾਂ ਕਿਉਂਕਿ ਮੈਂ ਦੇਖਿਆ ਕਿ ਕਈ ਟੀਚਰਸ ਨੇ ਸਿਰਫ ਇਸ ਆਨਲਾਈਨ ਸਿਸਟਮ ਦਾ ਫਾਇਦਾ ਹੀ ਲਿਆ। ਉਹਨਾਂ ਨੇ ਕੀ ਕੀਤਾ, ਆਪਣੇ YouTube ਤੋਂ ਲੈਕਚਰ ਡਾਊਨਲੋਡ ਕੀਤੇ, ਬੱਚਿਆਂ ਨੂੰ ਡਿਲੀਵਰ ਕਰਤੇ। ਬੱਚੇ ਨੂੰ ਐਕਸਪੀਰੀਅੰਸ ਹੀ ਨਹੀਂ ਸੀ ਇਸ ਚੀਜ਼ ਦਾ। ਠੀਕ ਹੈ, ਮੈਂ ਮੰਨਦਾ ਟੀਚਰ ਨੂੰ ਵੀ ਨਹੀਂ ਸੀਗਾ, ਪਰ ਟੀਚਰ ਦੀ ਤਾਂ ਮੋਰਲ ਡਿਊਟੀ ਸੀਗੀ ਉਸ ਬੱਚੇ ਨੂੰ ਡਾਊਨਲੋਡ ਕਰਨ ਦੀ ਬਜਾਏ ਸਮਝਾਉਣਾ। ਅਗਰ ਉਹਨੇ ਡਿਲੀਵਰ ਵੀ ਕਰਤਾ ਉਹਨੂੰ ਲੈਕਚਰ, ਕਮ ਸੇ ਕਮ ਉਹਨੂੰ ਸਮਝਾਵੇ ਤਾਂ ਜਾਏ, ਲੇਕਿਨ ਸਮਝਾਇਆ ਨਹੀਂ ਗਿਆ। ਇਹ ਪਹਿਲਾ ਨੈਗੇਟਿਵ ਪੁਆਇੰਟ ਇਹ ਹੋਇਆ ਕਿ ਬੱਚੇ ਡਿਪਰੈਸ ਹੋ ਗਏ। ਜਦੋਂ ਐਗਜ਼ਾਮ ਆਏ ਬੱਚੇ ਰੋਣ ਲੱਗ ਪਏ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਉਹ ਸਬਜੈਕਟ। ਅੱਗੇ ਟੀਚਰ ਕਲਾਸ 'ਚ ਬੱਚੇ ਨੂੰ ਪੈਂਪਰ ਕਰਦਾ ਸੀ, ਬੱਚਾ ਅਪਸੈਟ ਹੁੰਦਾ ਸੀ, ਉਹਨੂੰ ਸਮਝਾਉਂਦਾ ਸੀ ਕਿ ਬੇਟਾ ਆਹ ਚੀਜ਼ ਨੂੰ ਤੁਸੀਂ ਇਦਾਂ ਕਰੋ। ਹੁਣ ਸਮਝਾਉਣ ਵਾਲਾ ਕੋਈ ਨਹੀਂ ਹੈ, ਬੱਚੇ ਡਿਪਰੈਸ ਹੋ ਰਹੇ ਨੇ। ਇਹ ਉਹਦਾ ਸਭ ਤੋਂ ਪਹਿਲਾ ਨੈਗੇਟਿਵ ਪੁਆਇੰਟ ਗਿਆ। ਮੈਂ ਇਸੇ ਕਰਕੇ ਚਾਹੁੰਦਾ ਹਾਂ ਕਿ ਟੀਚਰਸ ਵੀ ਆਪਣੇ ਰਾਈਟਸ ਲਈ, ਆਪਣੀ ਡਿਊਟੀ ਲਈ ਅਵੇਅਰ ਹੋਣ, ਔਰ ਉਸ ਤੋਂ ਬਾਅਦ ਜਿਹੜੀ ਗੱਲ ਹੈ ਆਪਾਂ ਨੂੰ ਇਹਦੇ ਹੋਰ ਪ੍ਰਭਾਵ ਕਿਹੜੇ, ਪੋਜ਼ਿਟਿਵ ਪ੍ਰਭਾਵ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਜਿਹੜੇ ਬੱਚੇ ਇੱਕ ਜਗ੍ਹਾ ਤੱਕ ਸੀਮਿਤ ਸੀ ਉਹਨਾਂ ਦੀ ਗਲੋਬਲਾਈਜੇਸ਼ਨ ਹੋ ਗਈ। ਇਹ ਉਹਦਾ ਪੋਜ਼ਿਟਿਵ ਪੁਆਇੰਟ ਸੀ। ਬੱਚਿਆਂ ਨੂੰ ਜਿਹੜਾ ਸਟ੍ਰੈਸ ਆ ਰਿਹਾ, ਡਿਪਰੈਸ਼ਨ ਆ ਰਿਹਾ, ਉਹਦੇ ਤੋਂ ਦੂਰ ਕਰਨ ਲਈ ਅਸੀਂ ਕਈ ਵਾਰੀ ਇਹੀ ਕਰਦੇ ਹਾਂ ਕਿ ਜਿਵੇਂ ਮੋਬਾਈਲ ਤੇ ਸਟੱਡੀ ਕਰ ਰਿਹਾ ਤੇ ਮੋਬਾਈਲ ਦੇ ਵਿੱਚ ਹੀ ਆਪਣਾ ਐਂਟਰਟੇਨਮੈਂਟ ਦਾ ਸੋਰਸ ਲੱਭ ਲੈਂਦਾ, ਯਾਨੀ ਕਿ ਜ਼ਰੀਆ ਲੱਭ ਲੈਂਦਾ ਆਪਣੇ ਮਨੋਰੰਜਨ ਦਾ। ਉਹਨੂੰ ਰੈਸਟ ਤਾਂ ਮਿਲੀ ਨਹੀਂ ਕਿਉਂਕਿ ਗੱਲ ਚੱਲ ਰਹੀ ਸੀ ਉਹਦੀ ਫਿਜ਼ੀਕਲ, ਉਹਦੀ ਜਿਹੜੀ ਬਾਹਰ ਦੀ ਖੇਲ ਕੂਦ ਸੀਗੀ ਉਹ ਖਤਮ ਹੋ ਚੁੱਕੀ ਹੈ, ਬਾਹਰ ਸਮਾਜ ਦਾ ਜਿਹੜਾ ਮੇਲ ਮਿਲਾਪ ਉਹ ਖਤਮ ਹੋ ਚੁੱਕਿਆ। ਇੱਥੇ ਬੈਠੇ ਤਾਂ ਅਸੀਂ ਪੂਰੀ ਦੁਨੀਆ ਨਾਲ ਜੁੜ ਗਏ, ਪਰ ਆਪਸ ਦੇ ਵਿੱਚ ਜਿਹੜਾ ਇੱਕ ਸਮਾਜਿਕਤਾ ਦਾ ਸੰਪਰਕ ਜਿਹੜਾ ਟੁੱਟ ਗਿਆ ਕਿਉਂਕਿ ਇਹਨਾਂ ਨੇ ਸਮਾਜ ਦੀ ਗੱਲ ਕੀਤੀ ਸੀ। ਫਿਰ ਇਸ ਚੀਜ਼ ਨੂੰ ਕਿਵੇਂ ਬਰਾਬਰੀ ਲਿਆ ਜਾ ਸਕਦਾ? ਬਿਲਕੁਲ ਜੀ, ਫਿਜ਼ੀਕਲ ਹੈਲਥ ਲਈ ਸਾਨੂੰ ਉਹਨਾਂ ਨੂੰ ਫਿਜ਼ੀਕਲ ਐਕਟੀਵਿਟੀ ਲਈ ਪ੍ਰਮੋਟ ਕਰਨਾ ਪਏਗਾ, ਮੋਟੀਵੇਟ ਕਰਨਾ ਪਏਗਾ। ਇਹ ਸਾਡੀ ਡਿਊਟੀ ਆ। ਅਸੀਂ ਦੂਰਦਰਸ਼ਨ ਦੇ ਮਾਧਿਅਮ ਰਾਹੀਂ ਸਾਰੇ ਬੱਚਿਆਂ ਨੂੰ ਇਹ ਕੋਸ਼ਿਸ਼ ਕਰਾਂਗੇ ਦੱਸਣ ਦੀ ਕਿ ਉਹ ਆਪਣੀ ਪੜ੍ਹਾਈ ਜ਼ਰੂਰ ਕਰਨ, ਲੇਕਿਨ ਖੇਲਣ ਕੂਦਣ ਦੇ ਲਈ ਉਹ ਆਪਣੇ ਘਰ ਦੇ ਕਿਸੇ ਵੀ ਏਰੀਆ ਨੂੰ ਚੂਜ਼ ਕਰ ਲੈਣ, ਦੌੜਨ ਭੱਜਣ, ਗਰਾਊਂਡ 'ਚ ਜਾਣ, ਜਿਮ ਜਾਣ, ਐਕਸਰਸਾਈਜ਼ ਲੈਣ, ਫਿਜ਼ੀਕਲ ਐਕਸਰਸਾਈਜ਼ ਜ਼ਰੂਰ ਕਰਨ। ਅਦਰਵਾਈਜ਼ ਆਨਲਾਈਨ ਸਿਸਟਮ ਜਿਹੜਾ ਆ ਉਹ ਸਾਨੂੰ ਦਿਮਾਗੀ ਤੌਰ ਤੇ ਤਾਂ ਸਟਰੋਂਗ ਕਰ ਦੇਗਾ, ਲੇਕਿਨ ਫਿਜ਼ੀਕਲੀ ਅਸੀਂ ਸਰੀਰਕ ਤੌਰ ਤੇ ਕਮਜ਼ੋਰ ਹੋ ਜਾਵਾਂਗੇ। ਤਾਂ ਸਾਡਾ ਪਹਿਲਾ ਫਰਜ਼ ਇਹ ਆ, ਜਿਹੜੇ ਅਸੀਂ ਸਾਰੇ ਇਸ ਟਾਈਮ ਅਸੀਂ ਟੀਵੀ ਦੇਖ ਰਹੇ ਹਾਂ, ਉਹਨਾਂ ਨੂੰ ਆਪਣੇ ਬੱਚਿਆਂ ਨੂੰ ਫਿਜ਼ੀਕਲ ਐਕਟੀਵਿਟੀਜ਼ ਲਈ ਪ੍ਰਮੋਟ ਕਰਨਾ ਚਾਹੀਦਾ।
ਇੱਕ ਹੋਰ ਗੱਲ ਨਜ਼ਰ ਆਈ ਹੈ ਇਸ ਦੌਰਾਨ, ਜਿਹੜੇ ਮਾਂ-ਬਾਪ ਨੇ ਨਾ ਉਹਨਾਂ ਨੂੰ ਸਕੂਲਾਂ ਤੋਂ ਕਾਲਜਾਂ ਤੋਂ ਬਹੁਤ ਸ਼ਿਕਾਇਤ ਹੈ ਕਿ ਬੱਚਾ ਸਾਡਾ ਸਕੂਲ ਤੇ ਜਾ ਨਹੀਂ ਰਿਹਾ, ਕਾਲਜ ਤੇ ਜਾ ਨਹੀਂ ਰਿਹਾ, ਪਰ ਫਿਰ ਵੀ ਜਿਹੜੇ ਸਕੂਲ ਕਾਲਜ ਵਾਲੇ ਆ ਨਾ ਸਾਡੇ ਤੋਂ ਫੀਸ ਲੈ ਰਹੇ ਆ, ਔਰ ਨਾਲ ਦੀ ਨਾਲ ਫੀਸ ਤਾਂ ਚਲੋ ਲੈ ਰਹੇ ਆ, ਜਿਹੜਾ ਟਰਾਂਸਪੋਰਟ ਦਾ ਖਰਚਾ ਆ ਉਹ ਵੀ ਲੈ ਰਹੇ ਆ। ਇਹ ਕਿੰਨਾ ਕੁ ਸਹੀ ਹੈ ਤੇ ਕਿੰਨਾ ਕੁ ਗਲਤ ਹੈ? ਦੇਖੋ, ट्रांसपोर्टेशन की गल करिए तो मैं ये पक्ष च नहीं है, ट्रांसपोर्टेशन फीस नहीं लेनी चाहिए, बट अगर पढ़ाई की गल करें तो मैडम पढ़ाना भी बहुत मुश्किल है। जरूरी नहीं सारे टीचर इदा ही कर रहे हैं कि यूट्यूब तो कई टीचर, मैं अपनी एग्जाम्पल लवां तो मैं खुद मेहनत करना पसंद करता हाँ और कोशिश करता हाँ कि ऑनलाइन जो बच्चे कोई पढ़ रहे हैं वो माँ बाप ने बड़ी मुश्किल नाल पैसे कमा के सानू दिते हैं तो असीं उन्होंने दे अकॉर्डिंगली रिजल्ट भी दईए। सो इस करके अगर वो पैसे मंग भी रहे हैं, अगर जैनुअन ने टीचर स्कूल ਤੇ ਸਾਨੂੰ ਪੈਸੇ ਵੀ ਦੇਣੇ ਚਾਹੀਦੇ। ਕਰੀ ਆਨਲਾਈਨ ਐਜੂਕੇਸ਼ਨ ਦੀ ਗੱਲ ਤੇ ਆਪਾਂ ਦੁਬਾਰਾ ਤੋਂ ਆ ਜਾਂਦੇ ਕਿਉਂਕਿ ਹੁਣ ਤੁਹਾਡੀ ਨਜ਼ਰ ਦੇ ਵਿੱਚ ਕਿਸੇ ਵੀ ਵਿਦਿਆਰਥੀ ਨੇ ਜਿਵੇਂ ਕੋਰਸ ਕਰਨਾ, ਆਪਾਂ ਸਾਰੀ ਗੱਲ ਦਾ ਇੱਕ ਨਿਚੋੜ 'ਚ ਲੈ ਕੇ ਆਉਣਾ ਚਾਹੁੰਦੇ ਹਾਂ ਜੀ। ਉਹਦੇ ਵਿੱਚ ਉਹਨੂੰ ਹੋਰ ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਹੈ, ਕਿਹੜੀ ਚੀਜ਼ਾਂ ਤੋਂ ਇਹਤਿਆਤ ਵਰਤਣੀ ਚਾਹੀਦੀ ਹੈ? ਇਹਤਿਆਤ ਦੀ ਗੱਲ ਕਰੀਏ ਤੇ ਉਸ ਬੱਚੇ ਨੂੰ ਜਦੋਂ ਆਨਲਾਈਨ ਸਿਸਟਮ ਲਈ ਜਾਣਾ ਆ ਤੇ ਸਭ ਤੋਂ ਪਹਿਲਾਂ ਉਹਨੂੰ ਇਹ ਦੇਖਣਾ ਪਏਗਾ ਕਿ ਜੋ ਆਨਲਾਈਨ ਐਜੂਕੇਸ਼ਨ ਲਈ ਉਹ ਸਬਜੈਕਟ ਚੂਜ਼ ਕਰ ਰਿਹਾ ਆ ਉਹਦੇ ਲਈ ਬੈਸਟ ਇੰਸਟੀਟਿਊਸ਼ਨ ਕਿਹੜਾ ਜੀ। ਉਹਦੇ ਲਈ ਉਹ ਕੀ ਕਰੇ, ਰੈਂਕਿੰਗ ਦੇਖੇ ਗੂਗਲ ਤੇ ਜਾ ਕੇ ਜਾਂ ਕੋਈ ਵੀ ਸਰਚ ਇੰਜਨ ਤੇ, ਉਹਦੇ ਪ੍ਰੋਫੈਸਰਸ ਦੀ ਰੇਟਿੰਗ ਦੇਖੇ, ਉਸ ਇੰਸਟੀਟਿਊਸ਼ਨ ਦੇ ਬਾਰੇ ਉਹ ਦੇਖੇ ਕਿ ਬੱਚਿਆਂ ਦਾ ਵਰਡ ਆਫ ਮਾਊਥ ਕੀ ਹੈ, ਕਿ ਉਸ ਬਾਰੇ ਬਾਕੀਆਂ ਦੇ ਕੀ ਵਿਚਾਰ ਨੇ ਜਿਹੜੇ ਬੱਚੇ ਉੱਥੋਂ ਆਲਰੇਡੀ ਪੜ੍ਹ ਕੇ ਗਏ, ਪਲੇਸਮੈਂਟ ਉਸ ਇੰਸਟੀਟਿਊਸ਼ਨ ਦੀ ਕਿੱਦਾਂ ਆ, ਉਸ ਇੰਸਟੀਟਿਊਸ਼ਨ ਦਾ ਸਰਟੀਫਿਕੇਸ਼ਨ ਦੀ ਵੈਲਿਊ ਕੀ ਆ। ਇਦਾਂ ਦੇ ਕਈ ਪੱਖ ਨੇ, ਅਗਰ ਉਹ ਬੱਚਾ ਫੋਲੋ ਕਰੇਗਾ ਤੇ ਨੈਚੁਰਲੀ ਉਹਨੂੰ ਇੱਕ ਅੱਛਾ ਇੰਸਟੀਟਿਊਸ਼ਨ ਵੀ ਮਿਲੇਗਾ। ਜੀ ਜੀ ਬਿਲਕੁਲ। ਮੈਂ ਇਹਨਾਂ ਦੀਆਂ ਗੱਲਾਂ ਸੁਣ ਕੇ ਇੰਨੀ ਮਤਲਬ ਜਾਣਕਾਰੀ ਜਿਹੜੀ ਪ੍ਰਭਾਵਿਤ ਹੋਈ ਆ ਵੀ ਪਹਿਲਾਂ ਇਹ ਚੀਜ਼ਾਂ ਸਾਨੂੰ ਨਹੀਂ ਪਤਾ ਸੀ ਜਿਹੜੀਆਂ ਇਹਨਾਂ ਤੋਂ ਪਤਾ ਚੱਲ ਰਹੀਆਂ ਆ। ਤੇ ਮੈਨੂੰ ਲੱਗਦਾ ਹੈ ਕਿ ਸਾਡੇ ਦਰਸ਼ਕ ਜਿੱਦਾਂ ਦੇਖ ਰਹੇ ਆ ਤੁਹਾਨੂੰ, ਤੇ ਤੁਹਾਡੇ ਤੋਂ ਇੱਕ ਸੰਦੇਸ਼ ਵੀ ਅਸੀਂ ਲੈਣਾ ਚਾਹੁੰਦੇ ਆ ਔਰ ਸਾਡੇ ਦਰਸ਼ਕ ਵੀ ਚਾਹੁੰਦੇ ਆ ਕਿ ਤੁਸੀਂ ਸਾਰੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਇਹ ਆਨਲਾਈਨ ਐਜੂਕੇਸ਼ਨ ਹੈ ਕਿ ਇਹ ਸਹੀ ਹੈ ਜਾਂ ਗਲਤ ਹੈ, ਇਹ ਕਿੰਨੀ ਦੇਰ ਤੱਕ ਅੱਗੇ ਚੱਲੇਗੀ ਤੇ ਬੱਚਿਆਂ ਨੂੰ ਅੱਗੇ ਕੀ ਕਰਨਾ ਪਏਗਾ ਇਹਦੇ ਵਾਸਤੇ? ਨਹੀਂ ਦੇਖੋ, ਅਗਰ ਅਸੀਂ ਪੂਰੇ ਦੁਨੀਆ ਦੇ ਨਾਲ ਮੁਕਾਬਲਾ ਕਰਨਾ ਹੈ, ਕੰਪੀਟੀਸ਼ਨ ਕਰਨਾ ਹੈ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ, ਤੇ ਸਾਨੂੰ ਆਨਲਾਈਨ ਚ ਆਉਣਾ ਹੀ ਪਏਗਾ ਜੀ। ਕਿਉਂਕਿ ਅਗਰ ਅਸੀਂ ਆਨਲਾਈਨ ਨਹੀਂ ਆਵਾਂਗੇ ਤਾਂ ਸਾਡਾ ਦਾਇਰਾ ਉੱਥੇ ਹੀ ਰਹੇਗਾ ਜੋ ਕਿਤਾਬਾਂ ਅਸੀਂ ਪੜ੍ਹ ਰਹੇ ਹਾਂ, ਜੋ ਟੀਚਰ ਸਾਡੇ ਪੜ੍ਹਾ ਰਹੇ ਨੇ। ਲੇਕਿਨ ਅਗਰ ਅਸੀਂ ਆਨਲਾਈਨ ਸਿਸਟਮ ਨੂੰ ਫੋਲੋ ਕਰਾਂਗੇ ਤੇ ਸਾਡਾ ਦਾਇਰਾ ਵੀ ਵਧੇਗਾ। ਅਸੀਂ ਇੰਟਰਨੈਟ ਦੇ ਥਰੂ ਗਲੋਬਲਾਈਜੇਸ਼ਨ ਕੰਪੀਟੀਸ਼ਨ ਲਈ ਵੀ ਜਾ ਸਕਦੇ ਹਾਂ। ਅਸੀਂ ਆਨਲਾਈਨ ਟੈਸਟ ਹੁੰਦੇ, ਤੁਸੀਂ ਦੇਖਿਆ ਹੋਣਾ ਗੂਗਲ ਨੇ ਕਈ ਵਾਰ ਸਾਡੇ ਬੱਚਿਆਂ ਨੂੰ 2-2 ਕਰੋੜ 3-3 ਕਰੋੜ ਦੇ ਇਨਾਮ ਦਿੱਤੇ, ਉਹ ਆਨਲਾਈਨ ਸਿਸਟਮ ਹੀ ਸੀ ਤਾਂ ਪੋਸੀਬਲ ਹੋ ਪਾਇਆ। ਸੋ ਇਸ ਕਰਕੇ ਮੇਰੀ ਇਹੀ ਇੱਕ ਛੋਟੀ ਜਿਹੀ ਰਿਕੁਐਸਟ ਹੈ ਸਾਰਿਆਂ ਲਈ ਕਿ ਆਨਲਾਈਨ ਸਿਸਟਮ ਬੈਟਰ ਆ, ਇਹਦੇ ਵਿੱਚ ਕਮੀਆਂ ਨੇ, ਆਪਾਂ ਇਹਨਾਂ ਕਮੀਆਂ ਨੂੰ ਦੂਰ ਕਰਦੇ ਹੋਏ ਇਹਦੇ ਲਈ ਅੱਗੇ ਵਧੀਏ ਤਾਂ ਵਧੀਆ ਗੱਲ ਹੈ। ਅਜੋਕੇ ਸਮੇਂ ਦੀ ਜਿਹੜੀ ਉਹ ਡਿਮਾਂਡ ਜ਼ਰੂਰਤ ਹੈ, ਬਿਲਕੁਲ ਜ਼ਰੂਰਤ ਹੈ। ਸਟੂਡੀਓ 'ਚ ਆਏ, ਬਹੁਤ ਲਾਹੇਵੰਦ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।